ਜੰਗ ਮੁਸਾਫਾ ਬਚਿਆ। ਮੁਸਾਫੇ ਦਾ ਅਰਥ ਇਹਨੇ ਕਰ ਦਿੱਤਾ ਵੀ ਧੌਂਸਾ ਬਚਿਆ। ਧੌਂਸਾ ਲਿਖਦੇ ਫਿਰ ਮੁਸਾਫਾ ਕਾਹਤੇ ਲਿਖਿਆ? ਨਗਾਰਾ ਲਿਖਦੇ। ਅਸਲ ਦੇ ਵਿੱਚ ਦੋ ਪ੍ਰਕਾਰ ਦੀ ਜੰਗ ਹੁੰਦੀ ਹੈ। ਇਹ ਸ਼ਾਬਦਿਕ ਜੰਗ ਹੈ, ਗਿਆਨ ਚਰਚਾ ਦੀ ਜੰਗ ਹੈ। ਮੁਸਾਫੇ ਦਾ ਅਰਥ ਧੌਂਸਾ ਹੁੰਦਾ ਹੀ ਨਹੀਂ। ਮੁਸਾਫੇ ਦਾ ਹੁੰਦਾ ਹਾਜ਼ਰ ਜਵਾਬੀ, ਕਿਸੇ ਗੱਲ ਦਾ ਜਦੇ ਜਵਾਬ ਦੇਣਾ। ਤਰਕ ਵਿਤਰਕ, ਜਦ ਤਰਕ ਵਿਤਰਕ ਕਰਦੇ ਆ ਨਾ, ਇੱਕ ਆਦਮੀ ਕੋਈ ਸਵਾਲ ਕਰਦਾ, ਦੂਆ ਉਹਦਾ ਜਵਾਬ ਦਿੰਦਾ, ਜਦੇ ਦਿੰਦਾ। ਇੱਕ ਹੁੰਦਾ ਹੈ ਵੀ ਅੱਜ ਸਵਾਲ ਕਰਤਾ, ਜਵਾਬ ਦੇਵਾਂਗੇ ਬਾਅਦ ਦੇ ਵਿੱਚ। ਇੱਕ ਤੁਰਤ ਉੱਤਰ ਦੇਣਾ ਉਸ ਗੱਲ ਦਾ, ਤੁਰਤ। ਇਹ ਮੁਸਾਫਾ ਹੈ, ਇਹਨੂੰ ਮੁਸਾਫਾ ਕਹਿੰਦੇ ਨੇ। ਤੁਰਤ ਉੱਤਰ ਦੇਣਾ, ਸਹੀ ਉੱਤਰ ਦੇਣਾ। ਸਹੀ ਯਾਰ ਗਲਤ ਦੀ ਗੱਲ ਨਹੀਂ ਹੈ, ਉੱਤਰ ਦੇਣਾ। ਇੱਕ ਤਾਂ ਸਹੀ ਹੋਊ, ਦੂਈ ਗਲਤ ਹੋਊ, ਦੋਏ ਤਾਂ ਸਹੀ ਹੋ ਨਹੀਂ ਸਕਦੀਆਂ। ਉਹਨੇ ਜਿਹੋ ਜਿਹਾ ਉਹਦੇ ਕੋਲ ਹੈਗਾ ਉੱਤਰ ਦੇ ਦੇਣਾ, ਪਰ ਦੇਣਾ ਜਦੇ ਸ਼ਰਤ ਹੈ। ਯਾਨੀ ਗਿਆਨ ਚਰਚਾ ਸ਼ੁਰੂ ਹੋ ਗਈ, ਕਹਿਣ ਦਾ ਮਤਲਬ ਹੈ ਜੰਗ ਮੁਸਾਫਾ ਬਚਿਆ ਰਣ ਗਿਆਨ ਚਰਚਾ ਸ਼ੁਰੂ ਹੋ ਗਈ। ਗਿਆਨ ਚਰਚਾ ਇੱਕ ਤਾਂ ਹੁੰਦਾ ਜੰਗ ਕਦੇ ਕਿਹਾ ਮੁਸਾਫਾ। ਜਦ ਦੋ ਵਿਰੋਧੀ ਵਿਚਾਰਧਾਰਾ ਵਿੱਚ ਚਰਚਾ ਹੋਵੇ ਤਾਂ ਜੰਗ ਮੁਸਾਫਾ ਹੁੰਦਾ। ਜਦ ਇੱਕੋ ਹੀ ਮਤ ਦੇ ਵਿੱਚ ਚਰਚਾ ਹੋਵੇ ਫਿਰ ਉਹ ਜੰਗ ਮੁਸਾਫਾ ਨਹੀਂ ਹੁੰਦਾ। ਉਹਨੂੰ ਸ਼ਬਦ ਵਿਚਾਰ ਵੀ ਨਹੀਂ ਕਹਿੰਦੇ। ਗੁਰੂ ਨਾਨਕ ਨੇ ਸ਼ਬਦ ਤੇ ਉੱਤੇ ਵਿਚਾਰ ਕੀਤੀ ਹੈ, ਪਰ ਵਿਚਾਰ ਨਹੀਂ ਕੀਤੀ, ਗੋਸ਼ਟੀ ਕੀਤੀ ਹੈ। ਇਹਨੂੰ ਗੋਸ਼ਟੀ ਕਿਉਂ ਨਹੀਂ ਕਿਹਾ, ਮੁਸਾਫਾ ਕਿਉਂ ਕਿਹਾ? ਦੂਆ ਸਵਾਲ ਹੈ। ਗੁਰੂ ਨਾਨਕ ਨੇ ਕੀਤੀ ਹੈ, ਗੋਸ਼ਟੀ ਕੀਤੀ ਹੈ। ਗੁਰੂ ਨਾਨਕ ਚੜ ਕੇ ਨਹੀਂ ਗਿਆ ਸਿੱਧਾਂ ਤੇ, ਸਮਝਾਉਣ ਗਿਆ। ਇੱਕ ਸਮਝਾਉਣ ਜਾਣਾ, ਇੱਕ ਚੜ ਕੇ ਜਾਣਾ। ਇਹ ਰਾਖਸ਼ ਚੜ ਕੇ ਆਏ ਨੇ, ਚੜ ਕੇ ਜਾਂਦੇ ਨੇ। ਇਹ ਹਮਲਾਵਰ ਦੀ ਸੈਂਸ ਵਿੱਚ ਜਾਂਦੇ ਨੇ ਵੀ ਧਰਮ ਅਸੀਂ ਖਤਮ ਕਰ ਦੇਣਾ। ਗੁਰੂ ਨਾਨਕ ਧਰਮ ਨੂੰ ਖਤਮ ਕਰਨ ਵਾਸਤੇ ਨਹੀਂ ਸੀ ਗਏ, ਭੁੱਲੇ ਹੋਏ ਧਰਮ ਨੂੰ ਸਹੀ ਰਾਹ ਤੇ ਪਾਉਣ ਗਏ ਸੀ। ਸ਼ਬਦ ਤਾਂ ਮੰਨਦੇ ਨੇ, ਸ਼ਬਦ ਤਾਂ ਜੋਗੀ ਵੀ ਮੰਨਦੇ ਨੇ। ਕਿਹੜਾ ਸ਼ਬਦ ਅਸਲੀ ਹੈ, ਤੁਸੀਂ ਨਕਲੀ ਫੜ ਲਿਆ, ਇਹ ਸਮਝਾਉਣ ਗਏ ਤੇ। ਉਹਨੇ ਇਹ ਨਹੀਂ ਕਿਹਾ ਵੀ ਸ਼ਬਦ ਹੁੰਦਾ ਨਹੀਂ, ਕਹਿੰਦੇ ਸ਼ਬਦ ਹੁੰਦਾ ਹੈ, ਸੱਚ ਸ਼ਬਦ ਹੁੰਦਾ ਹੈ ਉਹ, ਪਰ ਤੁਸੀਂ ਸੱਚ ਸ਼ਬਦ ਦੀ ਬਜਾਏ ਕੁਝ ਹੋਰ ਫੜ ਲਿਆ। ਸੱਚ ਸ਼ਬਦ ਫਿਰ ਮੁਕਤ ਨਾ ਕੋਈ, ਜੋਗੀ ਵੀ ਮੰਨਦੇ ਨੇ ਮੁਕਤੀ ਮਿਲਦੀ ਹੈ ਉਹਦੇ ਨਾਲ। ਸ਼ਬਦ ਤਾਂ ਫੜਨਾ ਮੁਕਤੀ ਮਿਲਦੀ ਹੈ, ਪਰ ਜਿਹੜਾ ਸ਼ਬਦ ਜੋਗੀਆਂ ਨੇ ਫੜਿਆ ਹੈ ਉਹ ਸੱਚ ਸ਼ਬਦ ਨਹੀਂ ਹੈ। ਸੱਚਖੰਡ ਤੋਂ ਨਹੀਂ ਪੈਦਾ ਹੋਇਆ ਹੋਇਆ ਸ਼ਬਦ, ਸੱਚਖੰਡ ਤੋਂ ਆਇਆ ਹੋਇਆ ਸੁਨੇਹਾ ਨਹੀਂ ਹੈ, ਬਾਣੀ ਨਹੀਂ ਹੈ, ਮੈਸੇਜ ਨਹੀਂ ਹੈ ਸੱਚਖੰਡ ਦਾ। ਸੱਚ ਸ਼ਬਦ ਸੱਚਖੰਡ ਤੋਂ ਆਉਂਦਾ ਹੁੰਦਾ। ਉਹ ਆਪਣੇ ਸਰੀਰ ਚੋਂ ਪੈਦਾ ਹੋਇਆ ਹੈ ਸ਼ਬਦ ਹੈ, ਜਿਹੜਾ ਆਵਾਜ਼ ਹੈ ਉਹਦੇ ਨਾਲ ਜੁੜੇ ਹੋਏ ਨੇ। ਉਹਦੇ ਨਾਲ ਗੋਸ਼ਟੀ ਹੈ, ਉਹ ਗੱਲਬਾਤ ਹੈ। ਇਹ ਉਹ ਚੜ ਕੇ ਆਏ ਨੇ, ਅਸਲ ਚੜ ਕੇ ਉਹ ਰਾਖਸ਼ ਆਏ ਨੇ। ਚੜ ਕੇ ਚੰਨੀ ਨਹੀਂ ਚੜ ਕੇ ਗਈ, ਉਹ ਆਏ ਨੇ ਚੜ ਕੇ। ਜਿਵੇਂ ਨੌਵੇਂ ਪਾਤਸ਼ਾਹ ਗਏ ਨੇ ਦਿੱਲੀ, ਚੜ ਕੇ ਨਹੀਂ ਗਏ, ਸੱਦੇ ਹੋਏ ਗਏ ਨੇ। ਗਿਆਨ ਚਰਚਾ ਕਰਨ ਗਏ ਨੇ, ਗਿਆਨ ਚਰਚਾ ਹੀ ਕਰਨ ਗਏ ਨੇ। ਉਹ ਕਹਿੰਦੇ ਸਾਡਾ ਇੱਕ ਗੁਰੂ ਹੈਗਾ, ਪੰਡਤ ਕਹਿੰਦੇ, ਉਹਨੂੰ ਤੁਸੀਂ ਮੁਸਲਮਾਨ ਬਣਾ ਲਓ, ਅਸੀਂ ਸਾਰੇ ਬਣ ਜਾਵਾਂਗੇ। ਉਹਨਾਂ ਕਿਹਾ ਠੀਕ ਹੈ, ਭੇਜ ਦਿਓ ਉਹਨਾਂ ਨੂੰ। ਤਲਬ ਕਰ ਲਿਆ, ਸਭ ਤੇ ਕਰ ਦਿੱਤਾ ਵੀ ਤੁਹਾਡਾ ਧਰਮ, ਜਿਹੜਾ ਧਰਮ ਸਹੀ ਹੋਵੇ, ਧੁਰ ਤੱਕ ਲੈ ਜਾਵੇ, ਖੁਦਾ ਦਾ ਦਰਸ਼ਨ ਕਰਾ ਦੇਵੇ, ਖੁਦਾ ਨੂੰ ਪਹੁੰਚਾ ਦੇਵੇ, ਹਕੀਕਤ ਤੱਕ ਲੈ ਜਾਵੇ, ਜੇ ਉਹ ਧਰਮ ਤੁਹਾਡਾ ਹੈਗਾ ਤਾਂ ਮੈਂ ਮੰਨ ਲੂੰਗਾ। ਉਹਨਾਂ ਦੇ ਧਰਮ 'ਚ ਹਕੀਕਤ ਹੈ ਨਹੀਂ। ਹਕੀਕਤ ਦੀ ਗੱਲ ਕਰਦੇ ਨੇ, ਹਕੀਕਤ ਤੱਕ ਪਹੁੰਚਦਾ ਨਹੀਂ ਹੈ ਧਰਮ ਇਸਲਾਮ। ਹਕੀਕਤ ਕੀ? ਹਕੀਕਤ ਸੱਚ। ਸੱਚ ਕਦੇ ਮਰਦਾ ਨਹੀਂ। ਇਸਲਾਮ ਸਚਿਆਰਾ ਤਾਂ ਬਣਨ ਦੀ ਗੱਲ ਕਰਦਾ ਹੈ। ਆਦਮੀ ਮਤਲਬ ਹੈ ਸਚਿਆਰਾ, ਚੰਗਾ ਆਦਮੀ, ਨਿਰਮਲ ਆਦਮੀ, ਇਮਾਨਦਾਰ ਬਣ ਜਾਵੇ। ਪਰ ਇਮਾਨਦਾਰ ਹੋ ਕੇ ਫਿਰ ਗਾਹਾਂ ਕੀ ਕਰੇ? ਗਾਹਾਂ ਮਿਲਣਾ ਕਿਹਦੇ ਨਾਲ ਹੈ?
ਉਹ ਨਹੀਂ ਗੱਲ ਹੈਗੀ ਇਸਲਾਮ 'ਚ, ਉਹ ਗੱਲ ਹੀ ਨਹੀਂ ਹੈ ਇਸਲਾਮ 'ਚ। ਯਾਨੀ ਉਹ ਇੱਕ ਖੁਦਾ ਕੀ ਹੈ ਉਹਦਾ ਗਿਆਨ ਨਹੀਂ ਹੈ ਇਸਲਾਮ ਦੇ ਵਿੱਚ। ਉਹ ਕਹਿੰਦੇ ਸਾਡੇ ਕੋਲ ਇਹ ਵੀ ਹੈ, ਸਾਡੇ ਕੋਲ ਇਹ ਵੀ ਹੈ, ਤੁਹਾਡੇ ਕੋਲ ਹੈ ਨਹੀਂ, ਫਿਰ ਤੁਸੀਂ ਮੇਰੇ ਵਾਲਾ ਅਪਣਾਓ। ਤੁਸੀਂ ਫਿਰ ਮੇਰੇ ਵਾਲਾ ਅਪਣਾਓ। ਉਹ ਤੋਂ ਹਰ ਖਾ ਕੇ ਯਾਨੀ ਚਰਚਾ ਕਰਨ ਗਏ ਸੀ ਧਰਮ ਦੀ। ਇੱਥੇ ਮੁਸਾਫਾ ਲਫ਼ਜ਼ ਵਰਤੇ, ਉਹ ਕਹਿੰਦੇ ਨੇ ਰੱਬ ਹੁੰਦਾ ਹੀ ਨਹੀਂ, ਸਾਬਤ ਕਰਕੇ ਦਿਖਾਓ ਕੋਈ। ਜਿਵੇਂ ਤਰਕਸ਼ੀਲ ਕਹਿੰਦੇ ਨੇ, ਹੁਣ ਤਾਂ ਖੈਰ ਨਹੀਂ ਕਹਿੰਦੇ, ਕਹਿੰਦੇ ਰਹੇ ਨੇ ਪਰ ਰੱਬ ਹੈ ਨਹੀਂ। ਬਥੇਰੇ ਲੋਕ ਨੇ ਜਿਹੜੇ ਕਹਿੰਦੇ ਰੱਬ ਹੈ ਨਹੀਂ, ਸਾਬਤ ਕਰੋ, ਦਿਖਾਓ, ਇਹ ਕਰੋ, ਉਹ ਕਰੋ। ਖੁਦ ਸਾਬਤ ਕਰਨ ਵੀ ਰੱਬ ਹੈ ਨਹੀਂ, ਖੁਦ ਵੀ ਸਾਬਤ ਕਰ ਸਕਦੇ ਨੇ ਹੈ ਨਹੀਂ। ਜੋ ਚੀਜ਼ ਹੈ ਉਹ ਨਹੀਂ, ਉਹ ਸਾਬਤ ਕਰਨੀ ਕੀ ਔਖੀ ਹੈ, ਤਾਂ ਹੋ ਸਕਦੀ ਹੈ ਸਾਬਤ। ਪਰ ਬੁੱਧੀਹੀਨ ਨੇ ਉਹ ਲੋਕ, ਸਾਰੇ ਬੁੱਧੀਹੀਨ ਹੁੰਦੇ ਨੇ ਜਿਹੜੇ ਖੁਦ ਨਹੀਂ ਸਾਬਤ ਕਰਦੇ ਜੋ ਕਹਿੰਦੇ ਨੇ। 10ਵੇਂ ਗ੍ਰੰਥ 10ਵੇਂ ਪਾਤਸ਼ਾਹ ਦਾ ਹੈ ਨਹੀਂ ਸਾਬਤ, ਉਹਨਾਂ ਨੇ ਕਰਨਾ ਜਿਹੜੇ ਕਹਿੰਦੇ ਨੇ ਹੈ ਨਹੀਂ। ਸਾਡੀ ਜ਼ਿੰਮੇਵਾਰੀ ਨਹੀਂ ਹੈ, ਉਹਨਾਂ ਨੇ ਸਾਬਤ ਕਰਨਾ। ਅਸੀਂ ਤਾਂ ਮੰਨਦੇ ਹਾਂ ਸਾਰੇ ਕਹਿੰਦੇ ਨੇ ਹੈਗਾ, ਸਾਬਤ ਉਹ ਕਰਨ ਵੀ ਹੈ ਨਹੀਂ। ਇੱਕ ਆਦਮੀ ਫੀਮ ਖਾ ਰਿਹਾ, ਉਹਨੂੰ ਉਦੋਂ ਨਸ਼ਾ ਹੋ ਰਿਹਾ, ਲਾਭ ਹੋ ਰਿਹਾ, ਉਹਦਾ ਖਾ ਰਿਹਾ, ਛਡਾਓ, ਦੂਆ ਛਡਾਵੇ, ਉਹਨੂੰ ਸਾਬਤ ਕਰੇ ਵੀ ਨੁਕਸਾਨਦੇਹ ਹੈ। ਦੂਆ ਉਹਦੇ ਖਾਨੇ 'ਚ ਵਾੜੇਗਾ ਤਾਂ ਛੱਡੂਗਾ ਉਹ ਤਾਂ ਉਦੋਂ ਜਿਹੜਾ ਉਹਨੂੰ ਆਨੰਦ ਆਉਂਦਾ ਲੈ ਰਿਹਾ, ਜੋ ਉਹਨੂੰ ਉਹ ਤਾਂ ਫਾਇਦਾ ਹੋ ਰਿਹਾ ਉਹਦਾ ਜਾਣਦਾ। ਦੂਆ ਉਹਨੂੰ ਦੱਸੇ ਵੀ ਤੇਰੀ ਸਿਹਤ ਖਾ ਗਈ, ਇਹ ਫਲਾਣੇ ਦੀ ਖਾ ਗਈ, ਉਹ ਦੂਆ ਉਹਨੂੰ ਕਨਵਿੰਸ ਕਰੇ ਨਾ। ਕਨਵਿੰਸ ਕਰਨ ਜੋਗੇ ਹੈ ਨਹੀਂ। ਤੁਸੀਂ ਸਾਬਤ ਕਰੋ ਵੀ ਫਿਰ ਇਹ ਕਦ ਤੋਂ ਆਇਆ, ਕਿਹਨੇ ਲਿਖਿਆ, ਕਿਵੇਂ ਲਿਖਿਆ, ਭਾਸ਼ਾ ਦੇ ਆਧਾਰ ਨਾਲ ਦੱਸੋ। ਚੰਡੀ ਨੂੰ ਕਹਿੰਦੇ ਉਹਨਾਂ ਦੀ ਹੈ, ਚੰਡੀ ਦਾ ਸਾਬਤ ਹੋ ਗਿਆ ਵੀ ਉਹਨਾਂ ਦੀ ਹੈ ਨਹੀਂ। ਇਹਦਾ ਮਤਲਬ ਤੁਸੀਂ ਪੜ੍ਹਿਆ ਕੁਛ ਨਹੀਂ, ਕੁਛ ਪੜ੍ਹਿਆ ਨਹੀਂ ਸੀ, ਇਹ ਜੁਰਤ ਤੁਸੀਂ ਕਿਵੇਂ ਕਰ ਲਈ ਕਹਿਣ ਦੀ ਵੀ ਕਿਤਾਬ ਹੈ। ਤੁਸੀਂ ਜੁਰਤ ਕਿਵੇਂ ਕਰ ਲਈ? ਇਹ ਹਿਸਾਬ ਦੇਣਾ ਪਊਗਾ ਜਿਹਨਾਂ ਨੇ ਕਿਤਾਬਾਂ ਲਿਖਿਆ ਕਿਹਾ, ਇਹ ਤਾਂ ਹਿਸਾਬ ਦੇਣਾ ਪੈਣਾ ਉਹਨਾਂ ਨੂੰ। ਐਵੇਂ ਨਹੀਂ ਛੁੱਟਣ ਲੱਗੇ ਹੁਣ, ਇਹ ਐਵੇਂ ਛੁੱਟ ਜਾਣਗੇ। ਧਰਮ ਦੇ ਗ੍ਰੰਥ ਨੂੰ ਕਿਤਾਬ ਕਿਹਾ, ਇੱਕ ਇੱਕ ਪਾਈ ਦਾ ਹਿਸਾਬ ਲੈ ਕੇ ਦਿਖਾਵਾਂਗੇ ਇਹਨਾਂ ਤੋਂ। ਇਹ ਕੀ ਸਮਝਦੇ ਨੇ ਆਪਣੇ ਆਪ ਨੂੰ? ਕਿਤਾਬ ਕਹਿਣ ਵਾਲੇ ਨੂੰ ਜਿਉਂਦਾ ਨਹੀਂ ਛੱਡਿਆ ਕਦੇ, ਪਰ ਇਹਨਾਂ ਨੂੰ ਉਹ ਮੌਤ ਮਾਰਾਂਗੇ ਜਿਹੜੇ ਮੁੜ ਕੇ ਜੰਮਣੇ ਹੀ ਨਾ। ਅਸਲ ਸਰੀਰ ਦੀ ਮੌਤ ਤਾਂ ਕੁਝ ਵੀ ਨਹੀਂ ਹੈਗੀ। ਇਹ ਮਾਰ ਕੇ ਤਾਂ ਸ਼ਹੀਦ ਕਰਦੀ ਦਾ ਦੂਏ ਨੂੰ, ਇਹ ਤਾਂ ਸ਼ਹੀਦੀ ਪ੍ਰਾਪਤ। ਉਹ ਮੌਤ ਮਾਰੋ ਜਿਹੜਾ ਚੰਦੂ ਮਾਰਿਆ, ਚੰਦੂ ਮਾਰਨ ਜਿਹੜੀ ਮੌਤ, ਵਜੀਦਾ ਮਾਰਿਆ ਜਿਹੜੀ ਮੌਤ, ਉਹ ਮੌਤ ਮਾਰੋ ਇਹਨੂੰ। ਅਪਜਸ ਦੀ ਮੌਤ ਜਿਹੜਾ ਮਰਨਾ ਹੈ ਉਹ ਬਹੁਤ ਬੁਰੀ ਮੌਤ ਹੈ। ਸਰੀਰ ਤੌਰ ਤੇ ਚਾਹੇ ਜਿਉਂਦਾ ਹੀ ਰਹੇ, ਸਰੀਰ ਦਾ ਕੀ ਹੈ? ਸਰੀਰ ਨਾਲ, ਸਰੀਰ ਦੀ ਮੌਤ ਨੂੰ ਤਾਂ ਗੁਰਬਾਣੀ ਮੌਤ ਮੰਨਦੀ ਹੋਈ ਨਹੀਂ, ਇਹ ਤਾਂ ਮੌਤ ਹੁੰਦੀ ਹੋਈ ਨਹੀਂ। ਅਪਜਸ ਦੀ ਮੌਤ ਮਰਨਾ, ਆਪਣੇ ਆਪ ਨੂੰ ਮਾਫ ਨਹੀਂ ਕਰ ਸਕਣਾ ਇਹਨਾਂ ਨੇ। ਆਪਣੇ ਆਪ ਨੂੰ ਮਾਫ ਕਰਨਾ ਬੜਾ ਔਖਾ। ਇਸੇ ਕਰਕੇ ਤਾਂ ਗ੍ਰੰਥ ਲਿਆ ਸੀ, ਇਹਨਾਂ ਨੂੰ ਸਾਬਤ ਕਰੀਏ ਚੰਡੀ ਕੀ ਹੈ। ਚੰਡੀ ਦੀ ਵਾਰ, ਅਬ ਚੰਡੀ ਦੀ ਵਾਰ ਹੈ ਜਿਹੜੀ ਸ਼ੁਰੂ ਕੀਤੀ। ਜੰਗ ਮੁਸਾਫਾ ਬਚਿਆ, ਮੁਸਾਫਾ ਵਿੱਚ ਦੋਏ ਤਰ੍ਹਾਂ ਇਕੱਠੀਆਂ ਹੋ ਗਈਆਂ ਗਿਆਨ ਚਰਚਾ ਵਾਸਤੇ। ਰਣ ਘੁਰੇ ਨਗਾਰੇ ਚਾਵਲੇ, ਰਣ ਘੁਰੇ ਨਗਾਰੇ ਚਾਵਲੇ। ਨਗਾਰੇ ਧਾਰਮਿਕ ਬੰਦਿਆਂ ਕੋਲ ਵੀ ਹੁੰਦੇ ਨੇ, ਸਾਡੇ ਵੀ ਨਗਾਰੇ ਨੇ, ਘੋੜਿਆਂ ਤੇ ਨਹੀਂ ਫਿਰਦੇ ਨੇ। ਰਾਜ ਨਹੀਂ ਕਰਨਾ, ਰਾਜਿਆਂ ਕੋਲ ਹੀ ਨਹੀਂ ਨਗਾਰੇ ਹੁੰਦੇ। ਧਰਮ ਦੀ ਤੁਜਾ ਵੀ ਹੁੰਦੀ ਹੈ, ਤੁਜਾ ਕਹਿੰਦਾ ਨਹੀਂ ਝੰਡਾ ਨਿਸ਼ਾਨ। ਧਾਰਮਿਕ ਬੰਦਿਆਂ ਦੇ ਤੁਜਾ ਵੀ ਹੁੰਦੀ ਹੈ, ਨਗਾਰੇ ਵੀ ਹੁੰਦੇ ਨੇ। ਹਾਥੀਆਂ ਤੇ ਵੀ ਚੜ੍ਹ ਕੇ ਨਗਾਰੇ ਵਜਾਉਂਦੇ ਫਿਰਦੇ ਨੇ। ਉਹਨਾਂ ਦਾ ਮਤਲਬ ਸਾਡਾ ਗਿਆਨ ਸਭ ਤੋਂ ਸ੍ਰੇਸ਼ਟ ਹੈ, ਸਾਡੇ ਨਾਲ ਕੋਈ ਚਰਚਾ ਕਰੋ। ਗਿਆਨ ਚਰਚਾ ਵਾਸਤੇ ਨਗਾਰੇ ਫੇਰਦੇ ਹੁੰਦੇ ਨੇ। ਅਰਥੋਂ ਸੇ ਗੁਰੂ ਵੀ ਫੇਰਦੇ ਸੀ, ਸਾਡੇ ਨਾਲ ਗਿਆਨ ਚਰਚਾ ਕਰੋ ਕੋਈ। ਹੁਣ ਤਾਂ ਐਵੇਂ ਨਹੀਂ ਫਿਰਦੇ ਨੇ, ਚਰਚਾ ਕੋਈ ਕਰਦਾ ਨਹੀਂ। ਅੱਗੇ ਚਰਚਾ ਕਰਦੇ ਤੇ ਗਿਆਨ ਚਰਚਾ, ਜਿਹਦਾ ਨਿਸ਼ਾਨ ਉਹਦਾ ਹੀ ਰਹੂਗਾ ਜਿਹੜਾ ਚਰਚਾ ਜਿੱਤ ਗਿਆ। ਜਿਹੜਾ ਹਾਰ ਗਿਆ ਉਹ ਨਿਸ਼ਾਨ ਨਹੀਂ ਲੈ ਕੇ ਫਿਰ ਸਕਦਾ। ਰਾਜੇ ਵਾਲੀ ਜੋ ਗੱਲ ਹੈ ਨਾ, ਦੁਨੀਆ ਉਹਨੂੰ ਨਹੀਂ ਮੰਨਦੀ। ਫਿਰ ਆਪਣੇ ਆਪਣੇ ਨਿਸ਼ਾਨ ਲੈ ਕੇ ਆਏ ਨੇ
ਕਿ ਜਿੱਤ ਹਾਰੀ ਨਾ ਜੋ ਹੋਈ। ਆਪਣੇ ਆਪਣੇ ਨਗਾਰੇ ਲੈ ਕੇ ਆਏ ਨੇ। ਨਗਾਰੇ ਵੱਜ ਕੇ ਜੰਗ ਦੀ ਉਹ ਸ਼ੁਰੂ ਹੋਈ ਹੈ ਚਰਚਾ। ਪ੍ਰਾਰੰਭ ਨਗਾਰਿਆਂ ਨਾਲ ਹੋਈ ਹੈ, ਪਰ ਹੋਈ ਹੈ ਗਿਆਨ ਚਰਚਾ। ਸਭ ਨੇ ਨਗਾਰੇ ਵਜਾਏ ਨੇ ਆਪਣੇ ਆਪਣੇ। ਜਿਵੇਂ ਦੇਗ ਵਜਾਉਣ ਨੂੰ ਨਗਾਰਾ ਵਜਾਉਂਦੇ ਨੇ, ਦੇਗ ਵਰਤਾਉਣ ਨੂੰ, ਲੰਗਰ ਛਕਾਉਣ ਨੂੰ ਨਗਾਰਾ, ਜਾਂ ਚੜ੍ਹਨਾ ਹੁੰਦਾ ਉੱਥੇ ਨੂੰ ਨਗਾਰਾ। ਕਿਸੇ ਵੀ ਕੰਮ ਤੋਂ ਪਹਿਲਾਂ ਨਗਾਰਾ ਵਜਾਇਆ ਜਾਂਦਾ ਸ਼ੁਰੂ ਤੋਂ। ਆਪਣੇ ਅਰਦਾਸ ਸ਼ਾਮ ਨੂੰ ਜਦ ਵਜਾਉਂਦੇ ਨੇ, ਇਹਦਾ ਹੁੰਦਾ। ਉਹ ਆਪਣਾ ਸ਼ੁਭ ਸਮਝਦੇ ਨੇ ਇਹਦੇ ਵਿੱਚ। ਜਿੱਤ ਦੀ ਪ੍ਰਤੀਕ ਸਾਡੀ ਜਿੱਤ ਹੋਵੇ। ਸ਼ਗਨ ਹੈ ਕਿ ਨਗਾਰਾ ਵਜਾਉਣਾ, ਸ਼ਗਨ ਆਪਣਾ ਆਪਣਾ। ਝੂਲਣ ਨੇਜੇ ਬੈਰਕਾਂ ਨਿਸ਼ਾਨ ਲਸਣ ਲਸਾਵਲੇ। ਸਾਰਿਆਂ ਦੇ ਨੇਜਾਂ ਦੇ ਉੱਤੇ ਵਸਤਰ ਚੜਾ ਕੇ ਉਹਨਾਂ ਨੂੰ ਫਰਰਾ, ਇੱਕ ਫਰਰਾ ਕਹਿੰਦੇ ਨੇ ਉਹਨੂੰ, ਜਿਹੜਾ ਨਿਸ਼ਾਨ ਸਾਹਿਬ ਦੇ ਨਾਲ ਲਾਇਆ ਹੁੰਦਾ। ਉਹ ਨੇਜਾਂ ਦੇ ਉੱਤੇ ਬੈਰਕਾਂ ਝੁਲਦੀਆਂ ਨੇ, ਬੈਰਕਾਂ ਹਵਾ ਦੇ ਵਿੱਚ। ਔਰ ਜਿਹੜੇ ਨਿਸ਼ਾਨ ਨੇ ਉੱਤੇ, ਨਿਸ਼ਾਨ ਲਸਣ ਲਸਾਵਲੇ, ਉਹ ਬੜੇ ਚਮਕਾਏ ਹੋਏ ਨੇ ਸਭ ਦੇ ਉੱਪਰ ਜਿਹੜੇ ਨਿਸ਼ਾਨ। ਹੁਣ ਤਾਂ ਆਪਾਂ ਲਾਉਣ ਲੱਗੇ ਨਾ, ਸੋਨਾ ਚਾੜਨ ਲੱਗੇ, ਪਹਿਲਾਂ ਉਹ ਦੂਆ ਨਿਕਲ ਕਰਨ ਲੱਗੇ ਸੀ। ਅੱਗੇ ਰੋਜ਼ ਮਾਂਜਦੇ ਸੀ ਨਿਸ਼ਾਨਾਂ ਨੂੰ, ਉੱਤੇ ਨਹੀਂ ਸੀ ਕੋਈ ਚਾੜਦੇ, ਰੋਜ਼ ਸੇਵਾ ਕਰਦੇ ਸੀ ਇਹਦੀ ਰੋਜ਼ਾਨਾ। ਔਰ ਬਰਸ਼ਾਂ ਦੇ ਉੱਤੇ ਨਿਸ਼ਾਨ ਹੁੰਦੇ ਤੇ ਆ 100-100 ਫੁੱਟ ਦੇ ਨਹੀਂ ਸੀ ਹੁੰਦੇ। ਰੋਜ਼ ਕੌਣ ਸੇਵਾ ਕਰੇ? ਬਰਸ਼ੇ ਤੇ ਹੀ ਹੁੰਦੇ ਸੀਗੇ। ਉਹ ਮੁਖੀ ਨੂੰ ਰੋਜ਼ ਮਾਂਜ ਕੇ ਸੇਵਾ ਕਰਨੀ ਹੁੰਦੀ ਉਹਦੀ, ਤਾਂ ਚਮਕਦਾ ਰੋਜ਼। ਹੁਣ ਨਿਕਲ ਲਾ ਲੈਂਦੇ, ਦਲਿੱਦਰੀ ਹੋ ਗਏ ਨਾ। ਧਰਮ ਤਾਂ ਹੈ ਨਹੀਂ, ਦਲਿੱਦਰ ਹੈ, ਦਲਿੱਦਰੀ ਨੇ। ਉੱਚਾ ਮੂੰਹ ਲਾ ਦਿੰਦੇ ਨੇ। ਉੱਚਾ ਤਾਂ ਨਾਮ ਨੇ ਕਰਨਾ, ਨਾ ਕੋਲ ਉੱਚਾ ਕਰਨ ਵਾਲੀ ਚੀਜ਼ ਤਾਂ ਉੱਚਾ ਤਾਂ ਕਰਨਾ ਗੁਰਮਤ ਨੇ ਨਿਸ਼ਾਨ। ਤੁਸੀਂ 300 ਫੁੱਟ ਦਾ ਬਣਾ ਕੇ ਨਹੀਂ ਉੱਚਾ ਹੋਣਾ, ਉਹ ਤਾਂ ਨੁਕਸਾਨ ਕਰ ਦੂ ਜੇ ਡਿੱਗ ਪਿਆ ਦੂਰ ਤੱਕ। ਹਾਂਜੀ, ਢੋਲ ਨਗਾਰੇ ਪਾਉਣ ਦੇ ਉਗਣ ਜਾਣ ਜਟਾਵਲੇ। ਢੋਲ ਨਗਾਰੇ ਪਾਉਣ ਦੇ, ਹੁਣ ਪਾਉਣ ਦੇ ਢੋਲ ਨਗਾਰੇ ਵੱਜੇ ਨੇ ਦੁਬਾਰਾ। ਦੇਖੋ, ਪਹਿਲਾਂ ਤਾਂ ਵੱਜੇ ਨੇ ਦੂਏ, ਹੁਣ ਪਾਉਣ ਦੇ ਹੀ ਢੋਲ ਨਗਾਰੇ ਨੇ। ਗੱਲਾਂ ਦੀ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ। ਪਾਉਣ ਦਾ ਢੋਲ ਨਗਾਰਾ ਕੀ ਹੁੰਦਾ? ਅਨਮੜਿਆ ਮੰਦਲ ਬਾਜਿਆ, ਕਬੀਰ ਕਹਿੰਦਾ। ਅਨਮੜਿਆ ਮੰਦਲ ਵੱਜਦਾ, ਹਵਾ ਦਾ ਨਗਾਰਾ ਵੱਜਦਾ। ਬਸ ਹੁਣ ਆਕਾਸ਼ ਵਿੱਚ ਸ਼ਬਦਿਕ ਜੰਗ ਸ਼ੁਰੂ ਹੋ ਗਈ। ਉਗਣ ਜਾਣ ਜਟਾਵਲੇ। ਜਟਾਵਲੇ ਜਿਹੜੇ ਨੇ ਮਸਤ ਹੋਏ ਹੋਏ, ਮਤਲਬ ਹੈ ਗੱਲਾਂ ਕਰਦੇ ਨੇ। ਆਪਣੇ ਆਪਣੇ ਗਿਆਨ ਦੀ ਮਸਤੀ 'ਚ ਸਾਰੇ ਡੁੱਬੇ ਨੇ। ਆਪਣੇ ਆਪਣੇ ਗ੍ਰੰਥਾਂ ਦੀ ਮਸਤੀ ਚੜੀ ਹੋਈ ਹੈ ਸਭ ਨੂੰ। ਦੁਰਗਾ ਦਾਨੋ ਡਹੇ ਰਣ ਨਾਦ ਵੱਜਣ ਖੇਤ ਪੀਹਾਵਲੇ। ਇੱਕ ਪਾਸੇ ਤੇ ਦੁਰਗਾ, ਇੱਕ ਪਾਸੇ ਤੇ ਗੁਰਮਤ ਖੜੀ ਹੈ। ਐ ਕਹ ਲੋ ਗੁਰਮਤ ਦਾ ਕੋਈ ਧਾਰਨੀ ਬੰਦਾ ਖੜਾ ਹੈ, ਗੁਰਮੁਖ ਖੜਾ। ਇੱਕ ਪਾਸੇ ਤੇ ਦੂਏ ਖੜੇ ਨੇ ਦੂਈ ਮਤ ਵਾਲੇ, ਇਹ ਤੇ ਵਿਰੋਧੀ ਮਤ ਵਾਲੇ। ਡਹੇ ਰਣ, ਡਹਿ ਪਏ ਦੋਹੀ ਪਾਸੇ ਗੱਲਾਂ ਬਾਤਾਂ 'ਚ। ਦੁਰਗਾ ਦਾਨੋ ਡਹੇ ਰਣ ਨਾਦ ਵੱਜਣ ਖੇਤ ਪੀਹਾਵਲੇ। ਬਸ ਭਿਆਨਕ ਗੱਲਾਂ ਸ਼ੁਰੂ ਹੋ ਗਈਆਂ। ਭਿਆਨਕ ਗੱਲਾਂ ਐ ਸ਼ੁਰੂ ਹੋ ਜਾਂਦੀਆਂ ਨੇ, ਸ਼ਕਤੀਆਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਨਾ। ਵੀ ਸ਼ਿਵ ਜੀ ਦਾ ਐ ਕਰ ਦਿੰਦਾ, ਉਹ ਐ ਕਰ ਦਿੰਦਾ, ਭੈਰੋਂ ਜਾ ਚੜਦਾ। ਉਹ ਡਰਾਉਣੀਆਂ ਗੱਲਾਂ ਕਰਦੇ ਨੇ ਧਰਮ ਦੇ ਵਿੱਚ, ਸ਼ਕਤੀਆਂ ਦੀਆਂ ਡਰਾਉਣੀਆਂ ਗੱਲਾਂ, ਭੈ ਦੇਣ ਵਾਲੀਆਂ। ਬਈ ਸ਼ਿਵ ਜੀ ਨੂੰ ਜੇ ਐਂ ਕਹਿਤਾ ਉਹਦਾ ਐਂ ਹੋ ਜਾਂਦਾ। ਜੇ ਆਪਾਂ ਕਹਿ ਦਈਏ ਇੱਕ ਸ਼ਿਵ ਗਏ, ਇੱਕ शिव पै एक गए एक फिर पै राम और कृष्ण के अवतार भी अनेक हैं। शिव शिव करते जो नरते कहते शिव जी ਨੂੰ ਨਹੀਂ ਕਹੀਦਾ ਐ ਕਰ ਦਿੰਦਾ। ਉਹ ਤਾਂ ਡਰਾਉਂਦੇ ਨੇ, ਅੱਗੋਂ ਪੈ ਦਿੰਦੇ ਨੇ। ਫਲਾਣੇ ਦਾ ਐ ਕਰਤਾ ਸੀ, ਤੈਨੂੰ ਕਹਿੰਦਾ ਐ ਕਰਤਾ ਸੀ, ਕਹਾਣੀਆਂ ਬਣਾਈਆਂ ਹੋਈਆਂ ਨੇ ਨਾ। ਉਹ ਕਿਤੋਂ ਡਰਦਾ? ਜਿਹੜਾ ਗੁਰਮਤਿ ਦਾ ਧਾਰਨੀ ਹੈ ਉਹਨੂੰ ਤਾਂ ਪਤਾ ਵੀ ਇਹ ਤਾਂ ਭਰਮ ਦੇ ਭੂਤ ਬਣਾਏ ਨੇ ਇਹਨਾਂ ਦੇ, ਡਰਾਉਣ ਨੂੰ, ਲੋਕਾਂ ਨੂੰ ਡਰਾ ਲੈਣ। ਪੈ ਕਾਹੂ ਕੋ ਦੇਤਨਾ ਹੈ ਨਾ ਪੈ ਮਾਨਤਾਨ। ਉਹ ਕਾਹਨੂੰ ਮੰਨਦਾ ਕਿਸੇ ਦੀ ਪੈ? ਹੁਕਮ ਦੇ ਬਿਨਾਂ ਕਿਸੇ ਦੀ ਪੈ ਮੰਨਦਾ ਹੀ ਨਹੀਂ ਉਹ। ਫਿਰ ਇਹਦਾ ਹੈ ਉਹ ਸਾਰਾ ਝੂਠ।
ਸੰਤਾਂ ਨੂੰ ਨਹੀਂ ਕੁਛ ਕਹੀਦਾ। ਸੰਤਾਂ ਦੇ ਸੰਤ ਚਾਹੇ ਮਿੱਟੀ ਦਾ ਹੋਵੇ, ਮਿੱਟੀ ਦਾ ਬਣੀ ਹੋਈ ਮੂਰਤ ਹੋਵੇ, ਸੰਤ ਦੀ ਉਹਦੀ ਨਿੰਦਿਆ ਨਹੀਂ ਕਰੀਦੀ ਹੁੰਦੀ। ਡਰਾਏ ਹੋਏ ਨੇ ਲੋਕ ਵੀ ਦੂਆ ਜਿਉਂਦਾ ਸੰਤ ਕਿਹੜਾ ਹੈ, ਜਾਂਦੀ ਦਾ ਉਹ ਵੀ ਮਿੱਟੀ ਦਾ ਹੀ ਹੈ, ਉਹ ਨਹੀਂ ਮਿੱਟੀ ਦਾ, ਸਰੀਰ ਮਿੱਟੀ ਦਾ ਹੀ, ਉਹਦਾ ਹੋਰ ਕੀ ਹੈ। ਉਹ ਬੋਲਦਾ ਪੁਰਖ ਹੈ ਵਿੱਚ, ਉਹਦੇ ਬਸ ਹੋਰ ਤਾਂ ਕੁਛ ਨਹੀਂ ਹੈ। ਉਹ ਕੌਣ ਹੈ ਜਿਹੜਾ ਬੋਲਦਾ? ਕੌਣ ਹੈ? ਉਹ ਹੈ ਠੱਗ। ਬੋਲਦਾ ਠੱਗ ਹੈ, ਬਾਕੀ ਮਿੱਟੀ ਹੋਈ ਹੈ। ਬਾਕੀ ਉਹ ਮਿੱਟੀ ਦੀ ਰਵਾਂ ਚੰਗਾ ਹੈ, ਉਹਦੇ ਠੱਗ ਦਾ ਨਹੀਂ ਹੈਗਾ, ਕੱਲੀ ਮਿੱਟੀ ਉਹ ਹੈ, ਉਹਦਾ ਚੰਗਾ ਹੈ। ਉਹ ਅਪਰਾਧੀ ਨਹੀਂ, ਅਪਰਾਧ ਤਾਂ ਨਹੀਂ ਕਰਦਾ, ਚੁੱਪ ਤਾਂ ਹੈ। ਹਾਂਜੀ। ਨਾਦ ਵੱਜਣ ਖੇਤ ਪਿਹਾਵਲੇ। ਖੇਤ ਦੇ ਵਿੱਚ ਜੋ ਗੱਲਬਾਤ ਹੋ ਰਹੀ ਹੈ, ਭਿਆਨਕ ਰੂਪ ਦੇ ਵਿੱਚ ਚਲੀ ਗਈ ਗੱਲ, ਪਿਹਾਵਲੇ ਚਲੇ ਗਏ। ਵੀਰ ਪਰੋਤੇ ਬਰਛੀਏ ਜਨ ਡਾਲ ਚਮਟੇ ਆਵਲੇ। ਵੀਰ ਪਰੋਤੇ ਬਰਛੀਆਂ, ਬੜੇ ਬੜੇ ਸੂਰਮੇ ਐ ਲੰਘ ਗਈਆਂ ਗੱਲਾਂ ਵਿੱਚ ਦੀ ਜਿਵੇਂ ਬਰਛਾ ਲੰਘ ਜਾਂਦਾ। ਜਿਹੜਾ ਆਇਆ ਨਾ ਸਵਾਲ ਲੈ ਕੇ, ਜਦ ਮੂਹਰੇ ਦੇ ਵੱਜਿਆ ਬਰਛਾ, ਤਰਕ ਦਾ ਤੀਰ ਵੱਜਿਆ, ਵਿੱਚ ਦੀ ਲੰਘਿਆ, ਵਿੱਚ ਦੀ ਲੰਘਿਆ, ਲੰਘ ਜਾਂਦਾ। ਵਿਦਵਾਨਾਂ ਦੇ ਕਈਆਂ ਦੇ ਲੰਘਿਆ ਹੋਇਆ। ਐਸਾ ਜਵਾਬ ਦਿੱਤਾ, ਬਸ ਬੋਲਣ ਜੋਗਾ ਨਹੀਂ ਛੱਡਿਆ। ਮੁੜ ਕੇ ਗੱਲ ਮੂੰਹ ਚੋਂ ਨਿਕਲੀ, ਉਹ ਨਹੀਂ, ਪਿੱਛੇ ਚਲਾ ਗਿਆ, ਮੁੜ ਕੇ ਗੱਲ ਨਹੀਂ ਕਰਨੀ। ਕੋਈ ਐਸਾ ਉਹਨੂੰ ਜਵਾਬ ਦਿੱਤਾ, ਇੱਕ ਜਵਾਬ ਨਾਲ ਜੋ ਕੁਝ ਉਹਦੇ ਕੋਲ ਥਾ ਉਹਨੇ ਤਾਂ ਚਲਾ ਲਿਆ। ਪਹਿਲਾਂ ਐਸਾ ਮਾਰਿਆ ਉਹਦੇ, ਐਸਾ ਜਵਾਬ ਦਿੱਤਾ, ਉਹਦੇ ਬਰਸ਼ੇ ਵਾਂਗੂ ਬਿਜਲੀ ਲੰਘ ਗਿਆ। ਉਹਨੇ ਕਿਹਾ ਮੇਰੇ ਬਸ ਦਾ ਨਹੀਂ। ਉਹਦਾ ਮੁੜ ਕੇ ਉਹਨੇ ਸਵਾਲ ਕੀਤਾ ਹੀ ਨਹੀਂ। ਦੇਖੋ, ਇੱਕ ਆਦਮੀ ਨਹੀਂ ਸਵਾਲ ਕਰਦਾ ਹੁੰਦਾ। ਇਧਰੋਂ ਇੱਕ ਆਦਮੀ ਸਵਾਲ ਕਰ ਰਿਹਾ ਨਾਨਕ, ਉਧਰੋਂ ਜੋਗੀ ਕਈ ਕਰ ਰਹੇ ਨੇ ਸਵਾਲ। ਜੋਗੀਆਂ ਦਾ ਗੁਰੂ ਜੋ ਬੈਠਾ ਹੈ, ਪਹਿਲਾਂ ਦੂਏ ਨੇ ਸ਼ੁਰੂ ਕੀਤਾ, ਦੂਆਂ ਨਾਲ ਸ਼ੁਰੂ ਹੋਈ ਹੈ ਗੱਲ। ਉਹ ਤਾਂ ਦੇਖ ਰਿਹਾ ਹੈ ਵੀ ਪਾਣੀ ਕਿੰਨਾ ਨਾਨਕ ਦੇ ਵਿੱਚ, ਮੈਂ ਕਦੋਂ ਦੇਖਣਾ, ਕਿਉਂ ਗੁਰੂ ਹੈ ਨਾ, ਉਹਦਾ ਚੇਲੇ ਨੇ ਨਾ। ਨਾਨਕ ਦਾ ਤਾਂ ਗੁਰੂ ਹੈ ਨਹੀਂ ਨਾ, ਉਹਦੇ ਚੇਲੇ ਨੇ। ਉਹ ਸਿੱਧਾ ਹੀ ਗੁਰੂ ਕਿਉਂ ਲੜੇ? ਗੋਰਖਪੂਤਲ ਹਰੀਪਾ ਬੋਲਦਾ ਪਹਿਲਾਂ, ਲੋਹਾਰੀ ਪਦ ਬਾਅਦ ਚ ਬੋਲੇ ਹੈ, ਪਹਿਲਾਂ ਹੋਰ ਬੋਲਦੇ ਨੇ। ਉਹ ਗੁੜੂ ਨਹੀਂ, ਪਹਿਲਾਂ ਹੋਰ ਬੋਲਦੇ ਨੇ। ਗੋਰਖਪੂਤ ਤਾਂ ਗੋਰਖੇ ਹੈ, ਉਹ ਤਾਂ ਇਹਨਾਂ ਦਾ ਗੁਰੂ ਬਣਾਇਆ ਹੈ, ਗੋਰਖ ਦੀ ਜਗ੍ਹਾ ਹੈ। ਜਦ ਉਹਨੇ ਕਿਹਾ ਬਈ ਉਹਨੂੰ ਮੰਨ ਲਿਆ, ਰੋਸ ਨਾ ਕੀਜੈ ਉੱਤਰ ਦੀਜੈ, ਉਹਨੇ ਕਹਿੰਦਾ ਇਹ ਤਾਂ ਡਰਨ ਲੱਗੇ, ਇਹਦਾ ਤਾਂ ਪ੍ਰਭਾਵ ਕਬੂਲ ਕਰਕੇ ਨਾਨਕ ਦਾ। ਫੇਰ ਬੋਲਿਆ ਉਹ ਵੀ ਚੇਲੇ ਤਾਂ ਹਾਰ ਮੰਨ ਗਏ, ਇੱਥੇ ਵੀ ਕਈ ਹਾਰ ਮੰਨਣਗੇ ਤਾਂ। ਹਾਂਜੀ। ਵੀਰ ਪਰੋਤੇ ਬਰਛੀਏ ਜਨ ਡਾਲ ਚਮਟੇ ਆਵਲੇ। ਜਿਵੇਂ ਔਲੇ ਕਹਿੰਦੇ ਨੇ ਡਾਲ ਨੂੰ ਲੱਗੇ ਹੁੰਦੇ ਨੇ, ਐ ਲਟਕਦੇ ਨੇ ਬਰਛੀਆਂ ਦੇ ਵਿੱਚ ਬਾਹਰ ਲੰਘੀਆਂ। ਟਾਹਣੀ ਤੇ ਔਲਾ ਨਹੀਂ ਹੁੰਦਾ, ਸਿਰ ਐ ਪਰੋਤੇ ਉਹਨਾਂ ਦੇ, ਜਿਵੇਂ ਔਲਾ ਟਾਹਣੀ ਨਾਲ ਲਟਕਦਾ ਹੁੰਦਾ। ਐਸੇ ਐਸੇ ਦ੍ਰਿਸ਼ ਦਿੱਤੇ ਨੇ, ਦ੍ਰਿਸ਼ ਦੇ ਕੇ ਹੀ ਭੈ ਮੁਕਤ ਕੀਤੇ ਨੇ। ਅਸਲ ਦੇ ਵਿੱਚ ਇਹ ਰਚਨ ਦਾ ਮਤਲਬ ਇੱਕ ਹੋਰ ਵੀ ਹੈ। ਜਦ ਇਹ ਗ੍ਰੰਥ ਤੇ ਪਿੱਛੇ ਜਾ ਕੇ ਚੰਡੀ ਚਰਿੱਤਰ ਦੇ ਪਿੱਛੇ ਲਿਖਿਆ ਉਹਨਾਂ ਨੇ, ਉਹ ਕਹਿੰਦੇ ਸਵਈਆ ਤਾਂ ਬੜਾ ਹੈ, ਇੱਕੋ ਪੰਕਤੀ ਮੈਂ ਪੜੂੰਗਾ। ਕਹਿੰਦੇ ਕੌਤਕ ਹੇਤ ਕਰੀ ਕਵੀ ਨੇ, ਇੱਕ ਕੌਤਕ ਵਾਸਤੇ ਮੈਂ ਕਰੀ ਹੈ। ਸਤ ਸਹੀ ਕੀ ਕਥਾ ਹੈ ਪੂਰੀ ਭਈ ਹੈ। ਇਹ ਸਤ ਸਹੀ, ਸਤ ਹੁੰਦਾ ਸੱਚ, ਇਹ ਸਹੀ ਹੈ, ਸਹੀ ਹੁੰਦਾ ਮਦਦ ਕਰਨ ਵਾਲੀ, ਸਹਾਈ ਹੋਣ ਵਾਲੀ। ਸੱਤ ਸਹੀਆਂ ਨਹੀਂ, 7 ਨਹੀਂ ਹੈ ਲਫ਼ਜ਼, ਸੱਤ ਇੱਕ ਵਚਨ ਹੈ। ਸੱਤ ਇਹ ਤਾਂ 7 ਮੱਤਾਂ ਹੋ ਜਾਣਗੀਆਂ ਸਾਡੀਆਂ, ਇੱਕੋ ਮੱਤ ਹੈ ਸਾਡੀ। ਹਿੰਦੂਆਂ ਦੀਆਂ 7 ਹੋਣਗੀਆਂ, ਸਾਡੀ ਨਹੀਂ ਹੈ 7। ਉਹਨਾਂ ਦੀ ਦੇਵੀਆਂ 7 ਨੇ, ਸਾਡੀ ਇੱਕੋ ਹੀ ਹੈ। ਅਸੀਂ 7 ਦਾ ਅਰਥ 7 ਨਹੀਂ ਕਰਨਾ, ਅਸੀਂ 7 ਦਾ ਅਰਥ ਸੱਚ ਕਰਨਾ, 7 ਨਹੀਂ ਕਰਨਾ। ਸਤ ਸਹੀ ਹੈ, ਜਿਵੇਂ 7 ਵਚਨ, 7 ਕਰਤਾਰ, 7 ਸਹੀ। ਸਹੀਆਂ ਹੁੰਦੀਆਂ ਨੇ ਜਿਹੜੀਆਂ ਮਦਦਗਾਰ ਹੋਣ ਨਾਲ, ਸਹਾਇਤਾ ਕਰਨ ਵਾਲੀਆਂ।
ये गुरमत सहायता करने वाली है। सही सत सही की कथा है पूरी पई है। जाहे निमित्त पढ़े सुन है नर सो निश्चय कर ताहे दई है। एक चंडी चरित्र दे पिछे लिखे, एक दूए दे पिछे लिखे ग्रंथ सत सही को कियो जासम अवर न कोए जाहे निमित्त कभी ने के हो सो देह चंड का सोए। ये चंडी दी देह है, ये ग्रंथ है जड़ो यही चंडी दी देह है। जब ये देह चंडी दी ये ग्रंथ है तो फिर मूर्ति किवें देह होगी? ਉਹਦੀ ਮੂਰਤੀ ਕਿਵੇਂ ਦੇ ਹੋਗੀ? ਜਿਵੇਂ ਅਸੀਂ ਗੁਰੂ ਦੀ ਦੇ ਆਦਿ ਗ੍ਰੰਥ ਨੂੰ ਮੰਨ ਲਿਆ ਗਿਆਨ ਦੀ ਦੇ, ਇਵੇਂ ਗੁਰਮਤਿ ਦੀ ਦੇ ਦਸਮ ਗ੍ਰੰਥ ਹੈ। ਗੁਰੂ ਦੀ ਦੇ ਜੇ ਉਹ ਹੈ ਗੁਰੂ ਗ੍ਰੰਥ ਤਾਂ ਗੁਰਮਤਿ ਦੀ ਦੇ ਇਹ ਹੈ ਕਿ ਇਹ 'ਚ ਗੁਰਮਤਿ ਦੀ ਵਡਿਆਈ ਹੈ, ਉਹ 'ਚ ਗੁਰੂ ਦੀ ਵਡਿਆਈ ਹੈ। ਇਹ ਦੋਵੇਂ ਬਰਾਬਰ ਨਹੀਂ ਕੀਤੇ ਜਾ ਸਕਦੇ। पिता हमेशा रहने वाली चीज है, माता हमेशा रहने वाली चीज नहीं है। ये प्रगट होती है, प्रगट होके वो समा जाती है अपने मूल च। बाणी प्रगट होती है, बाणी हमेशा नहीं रहिंदी। हुक्म प्रगट होता हमेशा नहीं रहिंदा। जिन्ना चਿਰ संसार है उन्ना चਿਰ मत है। संसार वास्ते पैदा हुई है, संसार इन्हें रचिया, संसार की पालना करती है, संसार का नाश भी तिने काम यही करती है। संसार को सिक्ख्या भी दिंदी है तो छुटकारा भी करती है, सारा काम यही करती है, मत्ते करती है। संसार जब हुंदा है इहदे नाले प्रगट होंदा है, जब संसार नहीं हुंदा तो ये भी नहीं हुंदी, चंडी भी नहीं हुंदी, समा जाती है अपने मूल च। फिर इक्को ही रूप रहिंदा, एक रूप पिता का हमेशा रहिंदा है। इस करके पिता की बराबरी नहीं है। ये ग्रंथ अड रखिया होया है, एक कारण है। इन्हों की पता विद्वानों की कारण है, की है पिछे गल, धर्म की हुंदा इन्हों तो यही नहीं पता। ये धर्म पढ़े किहदे कोलों ने? धर्म पढ़ना होर गल है, ABC पढ़ना होर गल है। उड़ा आड़ा ABC पढ़ना ना ये होर गल है, धर्म पढ़ना होर गल है। धर्म पढ़ना आत्मा की पढ़ाई पढ़ो। आत्मा की है? आत्मा वास्ते जिहड़े नैण ने आत्मा दे हुंदे ने, शरीर दे नैण नहीं हुंदे। बैण आत्मा दे हुंदे ने, शरीर दे बोल हुंदे ने। शरीर तो बोलिया होया बोल बन जाता है। अंदर बैण पाउंदा, बैण चुप करके भी पै सकते ने, बैण चुप करके भी पै जाते ने, बोले ते बोल बन जाते ने। बोली हुई है गुरमत, बोलण तो पहला बाणी सी, बोली हुई गुरमत है, गुरबाणी है। बोली हुई अखरां दे रूप च है, बिना बोली अखरां तो परे है। बिना बोली अखरां तो परे है, वो निराकारी रूप दे विच है। वो टेप रिकॉर्ड च भी आउंदी है, टेप रिकॉर्डर च आ जाती है। बिना बोली का टेस्ट नहीं कोई दस सकता। बोली हुई जो लस्सी भी हैगी, बोली हुई दे दो रूप ने। ये लस्सी हैगी, झूठ भी हैगा, झूठ का ज्ञान भी है, सच का ज्ञान भी है, माया का ज्ञान भी है। झूठ का ज्ञान मतलब माया का ज्ञान। ये खब्बा सज्जा दो हथ लगे हुए ने, बिना बोली कले सज्जे हथ की तलवार है। जिहड़ी सज्जे हथ वाली तलवार है ना, वो फिर आऊगा कदे खब्बे हथ की तलवार लैंदी है, खब्बे हथ का शास्त्र चलाउंदी है, कदे सज्जे का चलाउंदी है। खब्बे का कच चलाउंदी है, सज्जे का कच चलाउंदी है। विद्वान यही दस देण खब्बे का कच चलाउंदी है, क्यों चलाउंदी है? सज्जे का क्यों चलाउंदी है? खब्बे दस उभारी गदा फराए के इत्थे आऊगा। गदा कोई खब्बे हथ नहीं चलाउंदा, देखे आऊगा। क्यों है? इन्हों की पता खब्बा सज्जा क्यों लिखा है? खब्बा संसारी ज्ञान है। संसारी ज्ञान ना भी ढाले बहुत सारे, संसारी ज्ञान वाले रद्दी की टोकरी च मारे चक के। ਜਿਹੜੇ ਬਹੁਤੇ थोड़े ज्ञान वाले तो संसारी ज्ञान वाले पिछाड़ के परे मारे। लोड़ नहीं पई जी दूए ज्ञान की। हाँ जी। ਇੱਕ ਵੱਡੇ ਤੇਗੀ ਤਲਫੀਨ ਮਦ ਪੀਤੇ ਲੋਟਣ ਬਾਵਲੇ। एक ਵੱਡੇ तेगी तड़फियां
ਇੱਕ ਵੱਡੇ ਤੇਗ ਦੇ ਵੈਸੇ ਮਾਰੇ ਨੇ, ਤੜਫਦੇ ਨੇ, ਜਵਾਬ ਹੈ ਨਹੀਂ ਕੋਈ, ਤੜਫਦੇ ਹੀ ਨਾ, ਜਵਾਬ ਨਹੀਂ ਹੈ ਕੋਈ। ਐਸਾ ਅੱਗੋਂ ਤੇਗ ਬਗਾਈ ਦੁਰਗ ਸਾਹਿਬ ਵੱਡ ਸੁਮਨ ਵਹੀ, ਪਲਾਣ ਕੋ ਅੱਗੇ ਆਊਗਾ, ਰੜਕੀ ਜਾ ਕੇ ਧਰਤ ਕੋ ਵੱਡ ਪਾਖੜ ਵੱਡ ਕੇ ਕਾਣ ਕੋ। ਕੋਈ ਤਲਵਾਰ ਵੀ ਵੱਢ ਸਕਦੀ ਹੈ, ਸਭ ਕੁਝ ਵੱਢ ਦਿੱਤਾ। ਜਿਹਦੇ ਤੇ ਬੈਠਾ ਸੀ ਉਹ ਗ੍ਰੰਥ ਵੀ ਵੱਢ ਦਿੱਤੇ। ਜਿਹੜਾ ਗ੍ਰੰਥ ਦਾ ਕਰਤਾ ਸੀ, ਜਿਹੜਾ ਉਹਦਾ ਗੁਰੂ ਸੀ, ਉਹ ਵੀ ਵੱਢ ਦਿੱਤਾ, ਜਿਹਦੇ ਸਿਰ ਤੇ ਉੱਡਦਾ ਸੀ। ਅਸੀਂ ਵੀ ਆਪਣੇ ਗੁਰੂ ਦੇ ਸਿਰ ਤੇ ਉੱਡਦੇ ਹਾਂ, ਹੋਰ ਕਿਹਦੇ ਸਿਰ ਤੇ ਉੱਡਦੇ ਹਾਂ? ਗੁਰਬਾਣੀ ਗੁਰੂ ਹੈ ਸਾਡੀ, ਇਹਦੇ ਸਿਰ ਤੇ ਉੱਡਦੇ ਹਾਂ। ਔਰ ਕਾਹਦੇ ਸਿਰ ਤੇ ਉੱਡਦੇ ਹਾਂ? ਇਹ ਜਿਹੜੀਆਂ ਗੱਲਾਂ ਕਰਦੇ ਆ, ਜਿਹੜੀਆਂ ਲੋਕਾਂ ਨੂੰ ਲੱਗਦਾ ਹੰਕਾਰ ਦੀਆਂ ਨੇ, ਕਿਹਦੇ ਸਿਰ ਤੇ ਕਰਦੇ ਆ? ਕਿਹਦੇ ਖੰਭਾਂ ਨਾਲ ਉੱਡਦੇ ਆ? ਉਹਦੇ ਸਿਰ ਤੇ ਕਰਦੇ ਆ। ਆਪਣੇ ਕੋਲ ਤਾਂ ਸਾਡੇ ਵੀ ਕੁਝ ਨਹੀਂ ਹੈ। ਕੀ ਸੀ ਸਾਡੇ ਕੋਲ? ਕੁਝ ਵੀ ਨਹੀਂ। ਜੇ ਜੰਮੇ ਸੀ, ਕੀ ਲੈ ਕੇ ਜੰਮੇ ਸੀ? ਕੁਝ ਵੀ ਨਹੀਂ। ਜਿਹੇ ਹੋਰ ਲੋਕ ਨੇ ਹਜੇ ਅਸੀਂ ਸੀ। ਪਰ ਹੁਣ ਕੀ ਹੈ? ਹੁਣ ਗੁਰੂ ਮੇਰਾ ਸੰਗ ਸਦਾ ਹੈ। ਹੁਣ ਇਹ ਜਿਹੜਾ ਉਹਦੇ ਆਸਰੇ ਤੇ ਖੜਾ ਹੈ, ਤੇ ਉਹ ਫਿਰ ਉਹ ਕੀਲੇ ਦੇ ਜ਼ੋਰ ਤੇ ਕੱਟਾ ਤਿੰਗੜਦਾ ਨਾ। ਜੇ ਕੀਲਾ ਨਾ ਹੋਵੇ, ਕੱਟੇ ਨੇ ਵਿਚਾਰੇ ਨਿਕਾਲੇ ਜ਼ੋਰ ਤੇ ਤਿੰਗੜ। ਕੀਲਾ ਤਾਂ ਹੈ ਨਹੀਂ। ਵਿਦਵਾਨ ਬਿਨਾਂ ਕੀਲੇ ਦੇ ਤਿੰਗੜੀ ਜਾਂਦੇ ਨੇ। ਉਹ ਜਦ ਕੀਲਾ ਨਹੀਂ ਨਾ ਹੁੰਦਾ, ਫਿਰ ਆਹ ਹਾਲਤ ਕਰ ਦਿੰਦੀ ਹੈ ਚਿੰਦੀ ਪ੍ਰਗਟ ਹੋ ਕੇ। ਜਿਹੜੀ ਆ ਹੋਈ ਹੋਈ ਹੈ ਰਾਖਸ਼ਾਂ ਦੀ, ਵਿਦਵਾਨਾਂ ਦੀ ਹਾਲਤ ਹੋ ਜਾਣੀ ਹੈ। ਇਹ ਉਹੀ ਜੰਗ ਹੈ, ਮਨਮੁਖਾਂ ਦੀ ਯਾਰ ਗੁਰਮੁਖਾਂ ਦੀ ਲੜਾਈ ਹੈ। ਜਦ ਅੱਗੋਂ ਤਾਂ ਪੈਂਦੀ ਹੈ ਨਾ, ਜਿਵੇਂ ਪਈ ਸੀ ਕਾਸ਼ੀ ਵਾਲੇ ਦੇ, ਪਈ ਨਾ, ਜੋ ਕਹਿੰਦਾ ਬ੍ਰਹਮ ਅਸਮੀ। ਮੈਂ ਕਿਹਾ ਬ੍ਰਹਮ ਦਾ ਜੀਵ ਹੁੰਦਾ। ਉਹ ਕਹਿੰਦਾ ਨੋਟ। ਮੈਂ ਕਿਹਾ ਭਾਈ ਨੋਟ, ਮੈਂ ਸਾਬਤ ਕਰੂੰਗਾ ਜੀਵ ਹੁੰਦਾ। ਜਦ ਉਹਨੂੰ ਸਾਬਤ ਕੀਤਾ ਨਾ ਵੀ ਬ੍ਰਹਮਾ ਬੜਾ ਕੇ ਜਾਸ ਉਪਾਇਆ, ਵੇਦ ਬੜਾ ਜਹਾਂ ਤੇ ਆਇਆ। ਬ੍ਰਹਮਾ ਬੜਾ ਕਿ ਬ੍ਰਹਮਾ ਜੀ ਨੇ ਪੈਦਾ ਕੀਤਾ, ਉਹ ਬੜਾ। ਬ੍ਰਹਮਾ ਤਾਂ ਪੈਦਾ ਕੀਤਾ ਹੋਇਆ। ਕਾਸ਼ੀ ਚ ਕਬੀਰ ਨੇ ਲਿਖਿਆ ਸੀ, ਸੁੱਤਾ ਪਿਆ ਤੂੰ ਕਾਸ਼ੀ ਤੋਂ ਆਇਆ, ਪੜ੍ਹ ਲੈਂਦਾ ਹੈ। ਆ ਗਿਆ ਗੁਰਮਤਿ ਦੇ ਤੂੰ ਉਹਦੇ ਵਿੱਚ ਸੈਮੀਨਾਰ ਚ। ਗੁਰਬਾਣੀ ਬਾਰੇ ਤੈਨੂੰ ਗਿਆਨ ਹੈ ਕੋਈ ਨਹੀਂ। ਤੂੰ ਆਪਣਾ ਬ੍ਰਹਮ ਸਾਨੂੰ ਦੱਸਣਾ ਹੈ। ਬ੍ਰਹਮ, ਜੇ ਬ੍ਰਹਮ ਹੀ ਸਭ ਕੁਝ ਹੈ, ਪਾਰ ਬ੍ਰਹਮ ਕੀ, ਪੂਰਨ ਬ੍ਰਹਮ ਕੀ ਹੁੰਦਾ ਹੈ? ਬ੍ਰਹਮ ਦੇ ਨਾਲ ਪੂਰਨ ਸ਼ਬਦ ਕਿਉਂ ਲੱਗਿਆ? ਜਾਂ ਇਹਨੂੰ ਇਹ ਪੁੱਛਿਆ, ਆਹ ਹਾਲਤ ਹੋ ਗਈ ਵੱਡੇ ਤੇਗੀ ਤੜਫੀਆਂ ਵੱਧ ਪੀਤੇ ਲੋਟਣ ਬਾਬਲੇ। ਵੱਧ ਪੀਤੇ ਲੋਟਣ ਬਾਬਲੇ। ਐਸਾ ਤੜਫ ਗਿਆ 3 ਦਿਨ ਪਤਾ ਹੀ ਨਹੀਂ ਲੱਗਿਆ ਕਿੱਥੇ ਰਿਹਾ। ਉਹ ਪਿੱਛੇ ਬਹਿੰਦਾ ਸੀ ਸਾਰਿਆਂ ਨੂੰ, ਜਾ ਕੇ ਬੋਲਿਆ ਹੀ ਨਹੀਂ, ਕਿਸੇ ਦਾ ਸਵਾਲ ਨਹੀਂ ਕੀਤਾ। ਐਸੀ ਇੱਕੋ ਹੀ ਤਲਵਾਰ ਚ ਫਟ 2 ਟੋਟੇ ਕਰਕੇ ਰੱਖਦੇ, ਜ਼ਮੀਨ ਨਹੀਂ ਛੱਡੀ ਥੱਲੇ। ਇੱਕੋ ਹੀ ਸਵਾਲ ਕੀਤਾ ਵੀ ਪਾਰ ਬ੍ਰਹਮ ਤਾਂ ਜੋ ਗਾਹਾਂ ਬ੍ਰਹਮ ਹੀ ਸਭ ਕੁਝ ਹੈ, ਪੂਰਨ ਬ੍ਰਹਮ ਕਿਉਂ ਆਇਆ? ਇਹਦੇ ਨਾਲ ਲਫ਼ਜ਼ ਆਇਆ ਹੋਇਆ ਉਹਨਾਂ ਦੇ ਗ੍ਰੰਥਾਂ 'ਚ ਵੀ ਆਇਆ ਹੈ। ਪੂਰਨ ਬ੍ਰਹਮ, ਇਹਦਾ ਮਤਲਬ ਬ੍ਰਹਮ ਅੱਧਾ ਹੈ। ਜਦ ਪੂਰਾ ਹੁੰਦਾ ਤਾਂ ਇਹਦਾ ਨਾਮ ਪੂਰਨ ਬ੍ਰਹਮ ਹੈ। ਪੂਰਨ ਬ੍ਰਹਮ ਵੀ ਹੈ ਜੋ ਪੂਰਾ ਨਹੀਂ ਹੈ। ਪਾਰ ਬ੍ਰਹਮ ਜਦ ਹੁੰਦਾ ਇੱਕ ਹੋਏ ਤਾਂ ਉਗਵੇ। ਇੱਕ ਪੂਰਨ ਬ੍ਰਹਮ ਹੈ, ਉਗਿਆ ਹੋਇਆ ਪਾਰ ਬ੍ਰਹਮ ਹੈ। ਇਹ ਮੈਂ ਦੱਸਿਆ ਹੀ ਨਹੀਂ, ਹੁਣ ਲੋੜ ਹੀ ਨਹੀਂ ਪਈ ਇਹ ਦੱਸਣ ਦੀ। ਇੰਨੇ ਨਾਲੇ ਪੂਰਨ ਬ੍ਰਹਮ ਕਿਉਂ ਆਇਆ? ਇਹਦੇ ਨਾਲ ਇੰਨੇ ਨਾਲੇ ਐਸੀ ਤਲਵਾਰ ਵੱਜੀ, ਮਦ ਪੀਤੇ ਵੱਡੇ ਤੇਗੀ ਤੜਫੀਆਂ, ਮਦ ਪੀਤੇ ਲੋਟਣ ਬਾਬਲੇ। ਤੜਫ ਗਿਆ ਬਸ ਇੱਕੋ ਹੀ। ਮਦ ਪੀਤੇ ਲੋਟਣ ਬਾਬਲੇ। ਜਿਵੇਂ ਸ਼ਰਾਬ ਪੀ ਕੇ ਲਿਟ ਜਾਂਦੇ ਨੇ ਨਾ, ਵਾਹ ਲਟੇ ਹੋਏ ਨੇ, ਬੇਹੋਸ਼ ਹੋ ਗਏ, ਬੇਸੁੱਧ ਹੋ ਗਏ। ਉਹਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ। ਚਰਚਾ 'ਚ ਧਿਆਨ ਨਹੀਂ ਉਹਦਾ, ਆਪਣੇ 'ਚ ਧਿਆਨ ਹੈ। ਹੁਣ ਇਹ ਕੀ ਹੋਇਆ ਮੇਰੇ ਨਾਲ? ਇਹ ਕੀ ਹੋ ਗਿਆ? ਮੇਰੀ ਤਾਂ ਚੜ੍ਹਾਈ ਸੀ, ਮੇਰੀ ਤਾਂ ਬੇਇੱਜ਼ਤੀ ਹੋ ਗਈ। ਔਰ ਸਾਰਿਆਂ ਨੇ ਇੰਨੀਆਂ ਵਧਾਈਆਂ ਦਿੱਤੀਆਂ ਜਿਨ੍ਹਾਂ ਨੂੰ ਉਹਨੇ ਰਵਾਇਆ ਸੀ ਨਾ, ਵਿਦਵਾਨਾਂ ਨੇ। ਕਹਿੰਦੇ ਵੀ ਸਾਨੂੰ ਸ਼ਾਂਤੀ ਆ ਗਈ। ਇਹ ਬੜਾ ਟੱਪਦਾ ਸੀ, 2 ਦਿਨ ਹੋ ਗਏ। ਇਹਦੇ ਨਾਲ ਐਵੇਂ ਹੋਣੀ ਚਾਹੀਦੀ ਸੀ। ਉਹ ਤਾਂ ਇੱਕ ਦੂਜੇ ਦੀ ਇੱਜ਼ਤ ਬੇਇੱਜ਼ਤੀ ਕਰਕੇ ਕਰਦੇ ਹੁੰਦੇ ਨੇ ਵਿਦਵਾਨ। ਵਿਦਵਾਨਾਂ ਨੂੰ ਗਿਆਨ ਚਰਚਾ ਨਹੀਂ ਹੁੰਦੀ ਇਹਨਾਂ ਦੀ। ਮੈਂ ਕਿਹਾ ਮੈਂ ਤਾਂ ਕੋਈ ਬੇਇੱਜ਼ਤੀ ਨਹੀਂ ਕੀਤੀ ਇਹਦੀ। ਉਹ ਬੋਲਦਾ ਸੀ, ਉਹਨੂੰ ਦੱਸਿਆ ਹੀ ਹੈ। ਉਹਨੂੰ ਨਹੀਂ ਸੀ ਪਤਾ, ਉਹ ਤਾਂ ਗੱਲੇ ਦੱਸੀ ਉਹਨੂੰ। ਤਾਂ ਕਿਸੇ ਬੇਇੱਜ਼ਤੀ ਕਾਹਦੀ ਹੈ? ਇਹੀ ਗੱਲ ਹੈ ਗੁਰਮਤਿ ਦੀ ਵਾਧੂ ਹਿੰਦੂ ਮਤ ਨੂੰ। ਉਹ ਬ੍ਰਹਮਾ ਨੂੰ ਸਭ ਕੁਝ ਮੰਨਦੇ ਨੇ। ਗੁਰਬਾਣੀ ਦਾ ਬ੍ਰਹਮਾ ਆਦਮੀ ਨੂੰ ਮੰਨਦੀ ਹੈ।
ਬੱਬਾ ਬ੍ਰਹਮ ਜਾਣਤ ਸੇ ਬ੍ਰਹਮੇ, ਜਿਹਨੇ ਬ੍ਰਹਮ ਗਿਆਨ ਜਾਣ ਲਿਆ ਆਤਮ ਗਿਆਨੀ ਹੈ ਜਿਹੜਾ ਬ੍ਰਹਮਾ ਆਪ ਹੈ। ਆਤਮ ਗਿਆਨੀ ਬ੍ਰਹਮਾ ਹੈ, ਬ੍ਰਹਮਾ ਬ੍ਰਹਮ ਗਿਆਨੀ ਨਹੀਂ ਹੁੰਦਾ। ਬ੍ਰਹਮ ਗਿਆਨੀ ਕਦ ਹੁੰਦਾ? ਜਦ ਇਹ ਕੋਈ ਤੇ ਉਗਵੇ ਤਾਂ ਹੁੰਦਾ। ਉਗਵੇ ਦੇ ਬਿਨਾਂ ਬ੍ਰਹਮ ਗਿਆਨੀ ਕਿਵੇਂ ਹੋ ਜਾਊਗਾ? ਉਹ ਪਾਰ ਬ੍ਰਹਮ ਬ੍ਰਹਮ ਨੂੰ ਜਾਣਦਾ ਹੈ, ਬ੍ਰਹਮਾ ਬ੍ਰਹਮ ਨੂੰ ਨਹੀਂ ਜਾਣਦਾ ਹੁੰਦਾ। ਬ੍ਰਹਮਾ ਦਾ ਆਪਣੇ ਆਪ ਨੂੰ ਹੀ ਜਾਣਦਾ ਹੁੰਦਾ। ਬ੍ਰਹਮਾ ਆਤਮ ਗਿਆਨੀ ਹੁੰਦਾ, ਸਿਰਫ ਆਤਮਾ ਨੂੰ ਜਾਣਦਾ ਹੁੰਦਾ। ਘਟ ਘਟ ਕੇ ਅੰਤਰ ਕੀ ਜਾਣਤ ਨਹੀਂ ਹੁੰਦਾ ਬ੍ਰਹਮਾ। ਆਪਣੇ ਆਪ ਨੂੰ ਜਾਣਦਾ, ਘਟ ਘਟ ਕੇ ਅੰਤਰ ਕੀ ਜਾਣਤ ਨਹੀਂ ਹੁੰਦਾ ਬ੍ਰਹਮਾ। ਘਟ ਘਟ ਕੇ ਅੰਤਰ ਕੀ ਜਾਣਤ ਅੱਗੇ ਹੈ ਜਾ ਕੇ, ਉਹ ਤਾਂ ਪਾਰ ਬ੍ਰਹਮ ਹੁੰਦਾ। ਹਾਂਜੀ, ਇੱਕ ਚੁਣ ਚੁਣ ਝਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ। ਇੱਕ ਕੀ ਕਰਦੇ ਨੇ? ਚੁਣ ਚੁਣ ਕੇ ਝਾੜ ਕੱਢਦੇ ਨੇ, ਝਾੜਦੇ ਨੇ। ਉਹ ਜਿਹੜਾ ਹੈ ਨਾ ਭਰਮ ਗਿਆਨ, ਉਹ ਜੋ ਚੁਣ ਚੁਣ ਕੇ ਲਿਆਉਂਦੇ ਨੇ ਵੀ ਕੋਈ ਕੰਮ ਦੀ ਚੀਜ਼, ਉਹ ਚੋਂ ਸੱਚ ਸਾਬਤ ਕਰਦੇ ਨੇ, ਝੂਠ ਚੋਂ, ਜਿਵੇਂ ਵਿਦਵਾਨ ਕਰਦੇ ਹੁੰਦੇ ਨੇ। ਵਿਦਵਾਨ ਕੀ ਕਰਦੇ ਨੇ? ਝੂਠ ਨੂੰ ਸੱਚ ਸਾਬਤ ਕਰਦੇ ਨੇ। ਕੋਸ਼ਿਸ਼ ਕਰ ਰਹੇ ਨੇ ਝਾੜ ਝੂੜ ਕੇ ਕੋਈ ਐਸੀ ਗੱਲ ਲਿਆਉਂਦੇ ਨੇ। ਰੇਤ ਵਿੱਚੋਂ ਸੋਨਾ ਡਾਵਲੇ। ਆ ਰੇਤ ਚੋਂ, ਇਤਿਹਾਸ ਵਿੱਚੋਂ। ਇਤਿਹਾਸ ਕੀ ਹੁੰਦਾ? ਰੇਤ। ਇਤਿਹਾਸ ਵਿੱਚੋਂ ਸੱਚ ਨੂੰ ਪ੍ਰੂਫ ਕਰ ਰਹੇ ਨੇ ਲਿਆ ਲਿਆ ਕੇ। ਗੁਰੂ ਨਾਨਕ ਨੇ ਜਾਂ ਮੱਝਾਂ ਚਾਰੀਆਂ ਜਾਂ ਹਜ਼ਾਰ ਦੀਆਂ ਫਸਲਾਂ ਜਿਹੜੀਆਂ ਹੋ ਰਹੀ ਗਈਆਂ, ਆ ਗੱਲਾਂ ਕਰਦੇ ਨੇ ਲਿਆ ਕੇ। ਇਹ ਰੇਤ ਚੋਂ ਸੋਨਾ ਹੈ। ਕੰਧ ਤੇ ਬਹਿ ਕੇ ਕੰਧ ਚਲਾਤੀ, ਇਹ ਰੇਤ ਚੋਂ ਸੋਨਾ, ਹੋਰ ਕੁਝ ਨਹੀਂ ਹੈ। ਬਾਬੇ ਬੁੱਢੇ ਨੇ ਗੱਠਾ ਭੰਨ ਕੇ ਵਰ ਦੇ ਦਿੱਤਾ, ਰੇਤ ਚੋਂ ਸੋਨਾ। ਮਤਲਬ ਇਤਿਹਾਸ ਵਿੱਚੋਂ ਸੱਚ। ਰੇਤ ਦੇ ਵੀ ਸੋਨਾ ਨਹੀਂ ਹੁੰਦਾ। ਰੇਤ 'ਚ ਰੋਡ ਠੀਕਰੀਆਂ ਹੁੰਦੀਆਂ ਨੇ। ਇਤਿਹਾਸ ਹੈ ਨਾ ਜਿਹੜਾ ਇਤਿਹਾਸ, ਉਹਨੂੰ ਸੱਚ ਮੰਨੀ ਬੈਠੇ ਨੇ, ਉਹ ਇਤਿਹਾਸ ਪੂਰੇ ਕਰ ਦਿੰਦੇ ਨੇ। ਜੇ ਬਾਬੇ ਬੁੱਢੇ ਨੇ ਦੇ ਦਿੱਤਾ ਸੀ ਬਾਹਰ ਇਹ, ਤਾਂ ਪੰਚਮ ਪਾਤਸ਼ਾਹ ਨੇ ਇਹ ਲਿਖਿਆ ਜਿਹੜਾ, ਉਹ ਝੂਠ ਹੈ। ਅੱਗੋਂ ਇਹ ਮਾਰੀ ਚਪੇੜ। ਪੰਚਮ ਪਾਤਸ਼ਾਹ ਸੁਖਣੀ ਲਿਖਦੇ ਨੇ, ਮਾਨੁਖ ਕੀ ਟੇਕ ਬਿਰਤੀ ਸਭ ਜਾਣ। ਬਾਬਾ ਬੁੱਢਾ ਆਦਮੀ ਹੈ, ਉਹਦੀ ਟੇਕ ਬਿਰਤੀ ਹੈ। ਗੁਰਬਾਣੀ ਦੇ ਖਿਲਾਫ ਹੈ ਗੱਲ। ਦੇਵਨ ਕੋ ਏਕੇ ਭਗਵਾਨ। ਫਿਰ ਬਾਣੀ ਝੂਠੀ ਹੈ ਕਿ ਤੇਰੀ ਆ ਗੱਲ ਝੂਠੀ ਹੈ? ਗੁਰਬਾਣੀ ਝੂਠੀ ਹੈ ਆ ਗੱਲ। ਜੇ ਆ ਗੱਲ ਹੈ ਤਾਂ ਗੁਰਬਾਣੀ ਝੂਠੀ ਹੈ। ਫਿਰ ਜਦ ਕੰਪੈਰੀਜ਼ਨ ਕਰਕੇ ਦਿੱਤਾ ਨਾ ਮੂਹਰੇ ਤੇ, ਚੁੱਪ। ਫਿਰ ਕੀ ਬੋਲਣਾ ਸੀ? ਉਹਨਾਂ ਨੂੰ ਵੇਦ ਵਿੱਚੋਂ ਹੀ ਝੂਠੇ ਕਰਤਾ, ਉਹਨਾਂ ਦੇ ਗ੍ਰੰਥਾਂ 'ਚ ਹੀ ਝੂਠੇ ਕਰਤਾ। ਦਸਮ ਪਾਤਸ਼ਾਹ ਕੀ ਕਹਿੰਦੇ? ਇਹ ਕੋਈ ਛੱਡ ਅਨੇਕ ਭਜੈ। ਇੱਕ ਨੂੰ ਛੱਡ ਕੇ ਤੁਸੀਂ ਅਨੇਕਾਂ 33 ਕਰੋੜ ਦੇਵੀ ਦੇਵਤੇ, 3 ਬ੍ਰਹਮਾ ਵਿਸ਼ਨੂੰ ਸ਼ਿਵ ਜੀ ਬਣਾ ਲਏ। ਇੱਕ ਤੋਂ ਜ਼ਿਆਦਾ ਸੁਖਦੇਵ ਪਰਾਸਰ ਵਿਆਸ ਚ ਠਾਲਿਓ। ਸੁਖਦੇਵ ਪਰਸ਼ੁਰਾਮ ਔਰ ਵਿਆਸ ਤਿੰਨੇ ਝੂਠੇ ਨੇ। ਉਹਨਾਂ ਨੇ ਕੁਝ ਹੋਰ ਲਿਖਿਆ। ਉਹਨਾਂ ਨੇ ਕਿਹਾ ਇੱਕਾ ਇੱਕ ਤੋਂ ਬਿਨਾਂ ਕੋਈ ਨਹੀਂ। ਇਹ ਤਾਂ ਕਹੋ ਝੂਠੇ ਨੇ, ਜਾਂ ਫਿਰ ਇੱਕ ਨੂੰ ਮੰਨੋ। ਉਹਨਾਂ ਦੇ ਹੀ ਬੰਦੇ, ਉਹਨਾਂ ਦੀ ਅਗਵਾਈ ਉਹਨਾਂ ਨੂੰ ਇਹ ਦੇ ਦਿੱਤੀ। ਉਹਨਾਂ ਦੇ ਗ੍ਰੰਥਾਂ ਦੀ ਗੱਲ ਹੀ ਉਹਨਾਂ ਦੇ ਪੱਲੇ ਪਾਈ ਹੈ ਗੁਰਬਾਣੀ ਨੇ। ਸੁਖਦੇਵ ਪਰਾਸਰ ਵਿਆਸ ਵਿੱਚ ਉਠਾਣੇ ਹੋਏ ਗੱਲ ਆਦੂਰ ਗੁਰੂ ਸਾਹਿਬ 'ਚ ਨਹੀਂ ਹੈ। ਇਹਨਾਂ ਗੱਲਾਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਇੱਥੇ ਨੇ, ਜਿੰਨਾ ਇਹ ਉਹਨਾਂ ਨੂੰ ਬਰਫ਼ ਚ ਲਾਉਂਦਾ। ਦਸਮ ਗ੍ਰੰਥ ਆਦ ਨਹੀਂ, ਉਹ ਆਦ ਤੁਹਾਨੂੰ ਬ੍ਰਹਮ ਗਿਆਨ ਦੀ ਗੱਲ ਕਰਦਾ। ਆਦ ਦਾ ਮਤਲਬ ਗਿਆਨ ਚ ਉਹਨਾਂ ਨੂੰ ਬਰਫ਼ ਚ ਲਾਉਣਾ ਨਹੀਂ ਹੈ। ਉਹਨਾਂ ਦੀ ਮੱਤ ਨੂੰ ਖਤਮ ਕਰਨਾ ਨਹੀਂ ਹੈ। ਝੂਠ ਨੂੰ ਖਤਮ ਕਰਨਾ ਨਹੀਂ ਹੈ। ਆਦ ਦਾ ਮਤਲਬ ਤੁਹਾਨੂੰ ਸਚਿਆਰਾ ਬਣਾਉਣਾ। ਇੱਕ ਤਾਂ ਤੁਹਾਨੂੰ ਸਚਿਆਰਾ ਬਣਾਉਣਾ, ਸਾਨੂੰ ਇੱਕ ਝੂਠ ਤੋਂ ਬਚਣਾ। ਬਸ ਦੋਏ ਕੰਮ ਨੇ ਉਹਦੇ ਚ। ਦੂਜੀ ਮੱਤ ਤੋਂ ਬਚਣਾ, ਬਚ ਕੇ ਨਿਕਲ ਜਾਣਾ। ਬਸ ਇਹਨਾਂ ਤੋਂ ਆਪ ਨਿਕਲ ਜਾਣਾ, ਆਪਣਾ ਬਚਾਓ ਕਰਕੇ। ਇਹ ਹੈਗਾ ਦੂਜੀਆਂ ਮੱਤਾਂ ਨਾਲ ਚਰਚਾ ਕਰਕੇ, ਦੂਜੀਆਂ ਮੱਤਾਂ ਦੇ ਬਿਲਕੁਲ ਉਹਨਾਂ ਨੂੰ ਪੜਦੇ ਹੀ ਕਰ ਦੇਣ ਵੀ ਹੈ ਹੀ ਕੁਝ ਨਹੀਂ। ਕਮ ਕਮ ਮੂਰਤੀ ਪੂਜਾ ਜ਼ਿਆਦਾ ਮੂਰਤੀ ਪੂਜਾ ਤੇ ਹੈ। ਇਸਲਾਮ ਤੇ ਕੋਈ ਨਹੀਂ ਬਹੁਤਾ। ਦਸਮ ਗ੍ਰੰਥ ਨੇ ਲਿਖਿਆ ਇਸਲਾਮ ਉਹ ਵੀ ਖਾਣਾ ਕਿ ਹੈ। ਇਸਲਾਮ ਨੂੰ ਉਹਦੇ ਚ ਰੋਸ਼ਨੀ ਹੈ।
ਸਰੀਰ ਨੂੰ ਨਹੀਂ ਮੰਨਦਾ, ਉਹ ਆਤਮਾ ਤੇ ਖੜਾ ਹੈ, ਪਰ ਆਤਮਾ ਦਾ ਗਿਆਨ ਹੈ ਨਹੀਂ ਉਹਨੂੰ। ਆਤਮਾ ਤੇ ਖੜਾ ਹੈ, ਆਤਮਾ ਤੇ ਜਾ ਕੇ ਛੱਡਤਾ, ਆਤਮ ਦਿਖਾਈ ਨਹੀਂ, ਆਤਮਾ ਦਾ ਦਰਸ਼ਨ ਨਹੀਂ ਕਰਾਇਆ ਇਸਲਾਮ ਨੇ। ਛੱਡ ਦਿੱਤਾ ਲਿਜਾ ਕੇ ਮਾਇਆ ਤੋਂ ਪਰੇ, ਵੀ ਮਾਇਆ ਤੋਂ ਪਰੇ ਹੈ ਕੁਛ ਕੀ ਹੈ, ਇਹਦਾ ਗਿਆਨ ਨਹੀਂ ਕਰਾਇਆ। ਗਦਾ ਤਰਸੂਲਾਂ ਬਰਛੀਆਂ ਤੀਰ ਵਗਣ ਖਰੇ ਉਤਾਵਲੇ। ਹੁਣ ਗਦਾਰ ਤਰਸੂਲ ਚੱਲਦੇ ਨੇ, ਤਰਸੂਲ ਗੁਰਮਤਿ ਕੋਲ ਨਹੀਂ ਹੁੰਦਾ। ਤਰਸੂਲ ਉਹਨਾਂ ਲੋਕਾਂ ਕੋਲ ਹੈ ਜਿਹੜੇ ਰਜੋ ਤਮੋ ਸਤੋ ਨੂੰ ਤਿੰਨ ਗੁਣ ਮੰਨਦੇ ਨੇ, ਅਵਤਾਰ ਮੰਨਦੇ ਨੇ, ਜਿਹੜੇ ਆਦਮੀ ਨੂੰ ਸਰਗੁਣ ਮੰਨਦੇ ਨੇ, ਪਰਮੇਸ਼ਰ ਨੂੰ ਨਿਰਗੁਣ ਮੰਨਦੇ ਨੇ। ਉਹ ਤਰਸੂਲ ਨੇ, ਤਿੰਨ ਕਿਸਮ ਦੇ ਸੂਲ ਨੇ ਉਹਨਾਂ ਦੇ ਅੰਦਰ ਚੱਲਦੇ। ਤਿੰਨ ਕਿਸਮ ਦੇ ਸੂਲ ਕੀ ਨੇ? ਤੀਨੇ ਤਾਪ ਚੱਲਦੇ ਨੇ ਉਹਨਾਂ ਦੇ ਅੰਦਰ। ਜਿਹਦੇ ਅੰਦਰ ਤਿੰਨੇ ਤਾਪ ਚੱਲਦੇ ਨੇ ਉਹ ਗਿਆਨ ਚਰਚਾ ਕੀ ਕਰ ਲੂਗਾ? ਉਹਦੇ ਤਾਂ ਅੰਦਰ ਆਪਣੇ ਸੂਲ ਤਿੰਨ ਪ੍ਰਕਾਰ ਦੇ ਨੇ ਉੱਠੇ ਹੋਏ। ਇੱਥੇ ਇੱਕ ਪ੍ਰਕਾਰ ਦੀ ਰਹਿ ਜਾਂਦੀ ਹੈ ਤਕਲੀਫ, ਇੱਕ ਪ੍ਰਕਾਰ ਦੀ ਰਹਿ ਜਾਂਦੀ ਹੈ। ਗੁਰਮੁਖਾਂ ਕੋਲ ਇੱਕ ਪ੍ਰਕਾਰ ਦੀ ਰਹਿ ਜਾਂਦੀ ਹੈ। ਕੋਈ ਇੱਕ ਨੂੰ ਮੰਨਦੇ ਨੇ, ਉਹ ਤਿੰਨ ਨੂੰ ਮੰਨਦੇ ਨੇ, ਤਿੰਨ ਸੂਲ ਨੇ ਉਹਨਾਂ ਦੇ। ਅਸੀਂ ਇੱਕ ਨੂੰ ਮੰਨਦੇ, ਸਾਡੇ ਇੱਕ ਰਹਿ ਜਾਂਦਾ। ਕੀ ਇੱਕ ਦੁੱਖ ਰਾਮ ਰਾਜਾ ਰਾਮ ਰਹਿ ਕਾਟੋ ਮੇਰਾ, ਅਗਨ ਦਾ ਹੈ ਔਰ ਗਰਭ ਬਸੇਰਾ। ਵਸਾ ਦੁੱਖ ਰਹਿ ਜਾਂਦਾ। ਆ ਗਰਭ ਦੇ ਵਿੱਚ ਬਸੇਰਾ ਹੈ, ਰਾਮ ਗਰਭ ਦੇ ਵਿੱਚ ਜਿੰਨਾ ਚਿਰ ਬਸੇਰਾ ਹੈ। ਇਹ ਜਿਹੜੀ ਅੱਗ ਹੈ ਨਾ, ਅਗਨ ਸਾਗਰ ਹੈ, ਇਹਦਾ ਦੁੱਖ ਮੇਰਾ ਕੱਢ ਦੇ, ਇੱਥੋਂ ਕੱਢ ਲੈ। ਭਾਈ ਇੰਨਾ ਹੀ ਹੈ ਸਾਡਾ ਦੁੱਖ, ਹੋਰ ਕੋਈ ਨਹੀਂ। ਉਹਨਾਂ ਦਾ ਇਹ ਅਗਨ ਸਾਗਰ ਦੇ ਵਿੱਚ ਸਾਨੂੰ ਸੁਖੀ ਕਰ, ਉਹਨਾਂ ਦਾ ਇਹ ਹੈ। ਸਾਡੇ ਸਿੱਖਾਂ ਦਾ ਵੀ ਇਹੀ ਹੈ। ਇਹ ਵੀ ਤਰਸੂਲਧਾਰੀਆਂ ਦੇ ਚੱਲੇ ਨੇ। ਸਿੱਖਾਂ ਦਾ ਵੀ ਇਹੀ ਹੈ ਵੀ ਇਹ ਸੰਸਾਰ ਦੇ ਵਿੱਚ ਖੁਸ਼ੀਆਂ ਦੇ ਲੱਖ ਖੁਸ਼ੀਆਂ ਪਾਸ਼ਾਈਆਂ ਇੱਥੇ ਹੀ ਦੇ। ਨਵੀਂ ਕਾਰ ਤੇ ਲਿਖਦੇ ਨੇ ਵੀ ਦਾਤ ਤੇਰੀ ਦਾ ਤਾਰ। ਇਹ ਦੋਵੇਂ ਨੇ ਸਿੱਖ ਸੁੱਖ ਕੋਈ ਨਹੀਂ ਸਿੱਖਿਆ, ਤਾਂ ਇਹਨਾਂ ਨੂੰ ਪਤਾ ਹੀ ਨਹੀਂ ਅਜੇ ਕੀ ਹੈ। ਤਾਂ ਹੀ ਤਾਂ ਆਫਰੇ ਫਿਰਦੇ ਨੇ ਵਿਦਵਾਨ। ਵਿਦਵਾਨ ਕਿਉਂ ਆਫਰੇ ਫਿਰਦੇ ਨੇ? ਜਿਹੜੀ ਸਿੱਖੀ ਪ੍ਰਚਲਿਤ ਆ ਉਹਨੂੰ ਸਿੱਖੀ ਮੰਨਦੇ ਨੇ, ਉਹ ਸਿੱਖੀ ਹੈ ਨਹੀਂ। ਪ੍ਰਚਲਿਤ ਸਿੱਖੀ ਨੂੰ ਸਿੱਖੀ ਮੰਨੀ ਬੈਠੇ ਨੇ ਵਿਦਵਾਨ, ਇਹ ਸਿੱਖੀ ਹੈ ਨਹੀਂ। ਉਹ ਨਵੀਂ ਚੀਜ਼ ਖੋਜ ਕੇ ਦੇਣ ਕੀ ਹੈ, ਗੁਰਬਾਣੀ ਨੂੰ ਖੋਜ ਕੇ ਦੇਣ ਵੀ ਸਿੱਖੀ ਕੀ ਹੈ। ਉਹ ਸਿੱਖੀ ਤੀ ਜਿਹੜੀ ਖੋਪਰੀ ਲੈ ਕੇ ਵੀ ਬੈਠੇ ਗੱਲਾਂ ਕਰਦੇ ਨੇ। ਖੋਪਰੀ ਲਏ ਆਦਮੀ ਗੱਲਾਂ ਕਰਦਾ, ਤਾਰੂ ਸਿਓ ਖੋਪਰੀ ਲਈ ਉਹ ਗੱਲਾਂ ਕਰਦਾ। ਇਹਦਾ ਕੋਈ ਵਿਦਵਾਨ ਗੱਲਾਂ ਕਰਕੇ ਦਿਖਾਵੇ ਖੋਪਰੀ ਲਾ ਕੇ, ਫਿਰ ਤਾਂ ਮੰਨ ਲਾਂਗੇ। ਐਵੇਂ ਗੱਲਾਂ ਮਾਰੀ ਜਾਂਦੇ ਨੇ। ਇੱਕ ਕੰਡਾ ਨਹੀਂ ਝਬੋ ਸਕਦੇ, ਇਹ ਇੰਨੇ ਜੋਗੇ ਨਹੀਂ ਹਨ। ਉਹ ਤੇ ਏਸੀ ਰੂਮ ਦੇ ਵਿੱਚ ਬੈਠ ਕੇ ਲਿਖੀ ਜਾਂਦੇ ਨੇ ਨਾ, ਬਾਹਰ ਆਉਣ ਕੇ ਪਤਾ ਲੱਗ ਜੂਗਾ। ਗਦਾਂ ਤਰਸ਼ੂਲਾਂ ਬਰਛੀਆਂ ਤੀਰ ਵਗਣ ਖਰੇ ਉਤਾਵਲੇ। ਤਰਸੂਲ ਵੀ ਨੇ, ਬਰਛੀਆਂ ਵੀ ਨੇ, ਗਦਾ ਵੀ, ਹਨੂਮਾਨ ਦੇ ਭਗਤ ਵੀ ਨੇ। ਗਦਾ ਤਾਂ ਇੱਧਰ ਵੀ ਆਪਣੇ, ਕਿਉਂਕਿ ਚੰਡੀ ਦੀ ਮੂਹਰੇ ਚੰਡੀ ਦਾ ਜਿਹੜਾ ਸੇਵਕ ਹੈ ਹਨੂਮਾਨ, ਹਨੂਮੰਤ ਹੈ, ਅਸਲ ਚ ਹਨੂਮਾਨ ਨਹੀਂ ਹੈ। ਮੂੰਹ ਬੋਲਿਆ ਹੈ ਜਿਹੜਾ ਹੈ ਨਾ ਵਾਕ, ਇਹ ਹਨੂਮੰਤ ਹੈ। ਹਨੂਮੰਤ ਮੰਤਰ ਬੋਲਿਆ ਹੋਇਆ ਜਿਹੜਾ ਸ਼ਬਦ ਹੈ ਨਾ, ਉਹ ਹਨੂਮੰਤ ਹੈ। ਉਹਦਾ ਮੰਤ ਹੈ, ਮਾਨ ਨਹੀਂ ਹੈ। ਮਾਨ ਤਾਂ ਮਾਨ ਹੁੰਦਾ ਹੈ। ਹਾਂ, ਇਹ ਜਾ ਕੇ ਵੱਜਦਾ ਛਾਤੀ ਚ। ਜਿਉ ਹਨੂਮਾਨ ਪਹਾੜ ਉਖਾੜ ਕੇ ਰਾਵਣ ਕੇ ਉਰ ਭੀਤਰ ਮਾਰਿਓ। ਗੁਰਬਾਣੀ ਦਾ ਇਹੋ ਜਿਹਾ ਬਾਕ ਮਾਰਿਆ ਜਿਵੇਂ ਹਨੂਮਾਨ ਨੇ ਪਹਾੜ ਉਖਾੜ ਕੇ ਰਾਵਣ ਦੇ ਸੀਨੇ ਜਵਾ ਐ ਭਰਮ ਦੇ ਉੱਤੇ ਚੋਟ ਕੀਤੀ। ਗੱਲ ਤਾਂ ਇਹ ਹੈ, ਗੱਲ ਉਹ ਰਾਵਣ ਦੇ ਕਾਹਨੂੰ ਕਿਸੇ ਨੇ ਮਾਰਿਆ ਨਾ, ਰਾਵਣ ਕੋਈ ਨਹੀਂ, ਰਾਵਣ ਦਾ ਭਰਮ ਹੈ। ਜਿਉ ਹਨੂਮਾਨ ਪਹਾੜ ਉਖਾੜ ਕੇ ਰਾਵਣ ਕੇ ਉਰ ਭੀਤਰ ਮਾਰਿਓ। ਔਰ ਰਾਵਣ ਦੇ ਸਾਹਮਣੇ ਹਨੂਮਾਨ ਦੀ ਲੜਾਈ ਹੋਈ ਨਹੀਂ। ਰਾਮਾਇਣ ਪੜ੍ਹ ਲਓ, ਕਿਤੇ ਨਹੀਂ ਹੈ, ਕਹਾਣੀ ਬਣਾਈ ਹੋਈ ਹੈ। ਹਨੂਮਾਨ ਤਾਂ ਯਾਦ ਹੈ ਜਦ ਮੇਘਨਾਥ ਲੜਦੇ ਨੇ ਲਛਮਣ, ਉਦੋਂ ਉਹਦੇ ਨਾਲ ਹੈ, ਕਿਉਂਕਿ ਉਹਦੀ ਜਿਹੜੀ ਹਥਿਆਰ ਹੈ ਮੇਘਨਾਥ ਕੋਲ, ਜਿੱਥੇ ਹਨੂਮਾਨ ਦੇਖਦਾ ਨਿਗਾਹ ਜਾਂਦੀ ਹੈ ਉੱਥੇ ਉਹ ਵਰਸ਼ੀ ਕੰਮ ਨਹੀਂ ਕਰਦੀ। ਮੋਖ ਸ਼ਕਤੀ ਕਹਿੰਦੇ ਤੂੰ ਨਾਲ ਰਹਿ, ਤੇਰੀ ਹਾਜ਼ਰੀ 'ਚ ਬਚਿਆ ਰਹੂਗਾ। ਉਹਦਾ ਤੇਰਾ ਧਿਆਨ ਦੂਏ ਪਾਸੇ ਹੋਇਆ ਮਾਰਿਆ ਜਾਊਗਾ।
ਗੁਰਬਾਣੀ ਦਾ ਧਿਆਨ ਪਾਸੇ ਹੋਇਆ ਸਾਡਾ, ਅਰੇ ਮਾਰਿਆ ਜਾਣਾ। ਗੁਰਬਾਣੀ ਤੋਂ ਹਟਿਆ ਧਿਆਨ, ਅਰੇ ਮਾਰਿਆ ਗਿਆ। ਰਾਵਣ ਮਾਰਿਆ ਗਿਆ। ਰਾਵਣ ਜਿਹੜਾ ਭਰਮ ਦਾ ਵਾਰ ਚੱਲ ਜਾਣਾ ਇਹਦੇ ਤੇ। ਇਹ ਗੱਲਾਂ ਨੇ। ਗਦਾ ਤਰਸ਼ੂਲਾਂ ਬਰਛੀਆਂ ਤੀਰ ਵਗਣ ਖਰੇ ਉਤਾਵਲੇ। ਤੀਰ ਵੱਜਦੇ ਨੇ, ਉਤਾਵਲੇ ਬੜੇ ਕਾਲੇ ਨੇ ਇੱਕ ਦੂਏ ਤੇ। ਗੱਲਾਂ ਕਰਨ ਨੂੰ ਗਿਆਨ ਚਰਚਾ ਹੁੰਦਾ ਹੀ ਹੈ। ਉਤਾਵਲੇ ਨੇ ਇੱਕ ਦੂਏ ਤੇ। ਉਹ ਕਹਿੰਦਾ ਮੇਰੀ ਸੁਣ, ਉਹ ਕਹਿੰਦਾ ਮੇਰੀ ਸੁਣ। ਹਾਂਜੀ, ਜਨ ਡਸੇ ਭੁਜੰਗਮ ਸਾਵਲੇ ਮਰ ਜੀਵਨ ਵੀਰ ਰੁਹਾਵਲੇ। ਇਹਦੇ ਤੀਰ ਵੱਜ ਜਾਂਦਾ ਨਾ। ਹੁਣ ਤਾਂ 94 ਉਹਨੂੰ ਮਾਰਦੀ ਹੈ। ਗੁਰਮੁਖ ਦਾ 94 ਨਾਲ ਗੱਲ ਕਰਦਾ, ਜਿਹੜੇ ਦੂਏ ਨੇ ਉਹਨਾਂ ਦੀ ਗੱਲ ਸੁਣਦਾ ਹੀ ਨਹੀਂ। ਉਹ 94 ਗੱਲ ਦਾ ਜਵਾਬ ਦਿੰਦਾ। ਚੁਣ ਚੁਣ ਕਹਿ ਵਰ ਦੁਰਗਸਾ ਤੱਕ ਨਾ ਤੱਕ ਤੱਕ ਕੇ ਵਰ ਦੁਰਗਸਾ ਤੱਕ ਮਾਰੇ ਭਲੇ ਜੁਝਾਰ ਕੋ। ਜਿਹੜੇ 94 ਮਾਰਦੇ, ਬਾਕੀ ਦਾ ਥੱਲੇ ਵਾਲਾ ਦਾ ਕੀ ਮਾਰਨਾ ਸੀ। ਜਿਹੜੇ ਆਗੂਆਂ ਨੂੰ ਮਾਰ ਦਿਓ, ਭੂਪ ਬਿਨਾ ਕਰੇ ਕੌਣ ਲੜਾਈ, ਚੇਲਿਆਂ ਦਾ ਕੀ ਮਾਰਨਾ। ਗੁਰੂ ਨੂੰ ਟਾਰਗੇਟ ਬਣਾਓ। ਹਾਂਜੀ, ਜਨ ਡਸੇ ਭੁਜੰਗਮ ਸਾਵਲੇ ਮਰ ਜਿਹਦੇ ਲੱਗ ਜਾਂਦਾ ਨਾ ਤੀਰ ਤਰਕ ਗੁਰਮਤ ਦਾ, ਐ ਸਮਝ ਲਓ ਵੀ ਭੁਜੰਗੋ ਕਾਲਾ ਸੱਪ ਲੜ ਗਿਆ, ਉੱਥੇ ਹੀ ਮਰ ਗਿਆ, ਚੁੱਪੇ ਕਰ ਗਿਆ ਉਹ। ਮਰ ਜਾਵਣ ਵੀਰ ਰੁਹਾਵਲੇ। ਹਾਂ, ਵੀ ਰੁਹਾਵਲੇ ਜਿਹੜੇ ਨੇ, ਇੱਕ ਗੱਲ ਹੈ, ਮਰ ਜਾਵਣ ਲਿਖਿਆ ਹੈ, ਭੱਜ ਜਾਵਣ ਨਹੀਂ ਲਿਖਿਆ, ਕਿਤੇ ਵੀ ਨਹੀਂ ਹੋਊਗਾ। ਇਹ ਬਹੁਤ ਇੰਪੋਰਟੈਂਟ ਗੱਲ ਹੈ। ਜਿਹੜੇ ਤਰਕਸ਼ੀਲ ਹੁੰਦੇ ਨੇ ਨਾ, ਇਹ ਨਾ ਮੰਨਣ ਵਾਲੇ, ਜਦ ਉਹਨੂੰ ਗੱਲ ਸਮਝ ਆ ਜਾਵੇ ਜਦੇ ਸਹਿਮਤ ਹੋ ਜਾਂਦੇ ਨੇ। ਉਹਨਾਂ ਦਾ ਮਨ ਮਰ ਜਾਂਦਾ ਹੈ। ਮਨ ਕਰਕੇ ਮਰਨਾ ਹੈ, ਸਰੀਰ ਕਰਕੇ ਨਹੀਂ ਮਰਨਾ ਹੈ। ਉਹ ਮੰਨ ਗਿਆ ਵੀ ਹਾਂ ਬਈ, ਜਿਵੇਂ ਉਹ ਮੰਨ ਗਿਆ ਕਾਸ਼ੀ ਵਾਲਾ, ਚੁੱਪ ਕਰ ਗਿਆ। ਚੁੱਪ ਕਰ ਗਿਆ ਲੱਗੇ ਤੇ ਜਨ ਡਸੇ ਭੁਜੰਗਮ ਸਾਵਲੇ ਮਰ ਜਾਵਣ ਵੀਰ ਰੁਹਾਵਲੇ। ਮਰ ਗਿਆ ਨਾ, ਚੁੱਪੇ ਕਰ ਗਿਆ, ਜਿਵੇਂ ਸੱਪ ਲੜ ਗਿਆ ਹੁੰਦਾ। ਬੋਲੇ ਹੀ ਦੂਏ ਦਿਨ ਵੀ ਆ ਕੇ ਨਹੀਂ ਚਰਚਾ ਕੀਤੀ, ਬਾਅਦ ਚ ਨਹੀਂ ਚਰਚਾ ਕੀਤੀ। ਉਹ ਐ ਲੜ ਗਿਆ ਜਿਵੇਂ ਕਾਲਾ ਨਾਗ ਲੜ ਗਿਆ, ਚੁੱਪ ਕਰ, ਉੱਥੇ ਮਰ ਗਿਆ। ਉਹਨੇ ਕਹਾ ਸਾਡੀ ਤਾਂ ਮਤ ਹੀ ਗਲਤ ਹੈ। ਤਾਂ ਮਤਲਬ ਇਹਦਾ ਮਤਲਬ ਹੈ ਤਾਂ ਮਤ ਬਿਲਕੁਲ ਹੀ ਝੂਠੀ। ਜਦ ਦੇਖਿਆ ਬੇੜਾ ਜਰਜਰਾ, ਉਹਨੂੰ ਪਤਾ ਲੱਗ ਗਿਆ ਮਤ ਕੁਛ ਨਹੀਂ ਹੈ। ਗੁਰਮਤਿ ਦੇ ਸਾਹਮਣੇ ਮਤ ਕੁਛ ਨਹੀਂ। 2 ਪੌੜੀਆਂ ਹੋਰ ਪਈਆਂ ਨੇ। ਪੂਰਨ ਬ੍ਰਹਮ ਪਿਆ ਹੈ, ਅਸੀਂ ਤਾਂ ਬ੍ਰਹਮ ਤੇ ਖੜੇ ਹਾਂ। ਕਿੱਥੇ ਗਲਤੀ ਹੈ? ਭਜਦੇ ਦੇਵਤੇ ਨੇ। ਸਮਝਦਾਰ ਸੀ, ਬਹੁਤ ਸਿਆਣਾ ਸੀ ਉਹ। ਫਿਲਾਸਫਰ ਵੀ ਸੀ ਔਰ ਵੇਦਾਂ ਸਾਰੇ ਗਿਆਨਵਾਨ ਵੀ ਸਾਰਿਆਂ ਨੂੰ ਜ਼ਿਆਦਾ ਸੀ। ਮੁੜ ਕੇ ਨਹੀਂ ਬੋਲੇ, ਨਹੀਂ ਉਹ ਨਿਕਲਿਆ। ਮਰ ਜਾਵਣ ਵੀਰ ਜਨ ਰਸੇ ਭੁਜੰਗਮ ਸਾਵਲੇ, ਕਾਲੇ ਰੰਗ ਦਾ ਸੱਪ ਲੜ ਗਿਆ, ਐ ਹੋ ਗਿਆ ਉਹਦੇ। ਇਹ ਪ੍ਰੈਕਟੀਕਲ ਦੀ ਗੱਲ ਹੈ। ਮਰ ਜਾਵਣ ਵੀਰ ਰੁਹਾਵਲੇ। ਬਸ ਮਰ ਗਿਆ, ਮੰਨ ਗਿਆ। ਮਰ ਜਾਣਾ ਮੰਨ ਜਾਣਾ, ਜਾਂ ਮਨ ਮੰਨ ਜਾਂਦਾ ਮਰ ਜਾਂਦਾ। ਉਹ ਮੰਨ ਗਿਆ ਵੀ ਹਾਂ ਠੀਕ ਹੈ ਗੱਲ, ਅਸੀਂ ਗਲਤ ਆ।